सत श्री अकाल, गुड मॉर्निंग। 11 तरीक होगी, बिल्कुल ताज़ी सवेर। कोई बदल नहीं, कोई धुंध नहीं हैगी, बिल्कुल साफ सुथरा दिन हैगा। ते 11:30 हो गए ने। आ साडा रूम सीगा, इत्थे असीं रुके सी अज। अच्छा सी, पूरा आले दुआले पहाड़ ने सारे पासे बने हुए, छोटे छोटे हट टाइप बने हुए ने कमरे। पर सानू ਇਹਦਾ ਕੋਈ ਦੇਖਣ ਦਾ ਕੋਈ ਬੈਨੀਫਿਟ ਨਹੀਂ, ਕਿਉਂਕਿ ਅਸੀਂ ਰਾਤ ਜਦੋਂ ਪਹੁੰਚੇ ਸੀ ਸਾਨੂੰ 6:30 ਵੱਜ ਗਏ ਸੀਗੇ, ਕਿਉਂਕਿ ਸਾਡੀ ਡੈਸਟੀਨੇਸ਼ਨ ਇਹੀ ਬਣਦੀ ਸੀ, ਇੱਥੇ ਪਹੁੰਚਣਾ ਜ਼ਰੂਰੀ ਸੀਗਾ। ਇਸ ਕਰਕੇ ਇੱਥੇ 6:30 ਵਜੇ ਥੋੜਾ ਜ਼ਿਆਦਾਤਰ ਅਸੀਂ 6 ਵਜੇ 5:30 ਸੈੱਟ ਹੋ ਜਾਂਦੇ ਹਾਂ, ਪਰ ਕੱਲ 6:30 ਵੱਜ ਗਏ ਸੀ। ਚਲੋ ਸਾਰਾ ਕੁਝ ਵਧੀਆ ਹੋ ਗਿਆ। ਰਾਤ ਅਸੀਂ ਨੇਪਾਲੀ ਥਾਲੀ ਜੋ ਟ੍ਰੈਡੀਸ਼ਨਲ ਹਮੇਸ਼ਾ ਲੈਂਦੇ ਹਾਂ ਉਹ ਲਈ, ਤੇ ਉਹ ਖਾਧੀ, ਪੇਟ ਪੂਜਾ ਵਧੀਆ ਹੋ ਗਈ। ਤੇ ਪਿੱਛੇ ਅਸੀਂ ਬਿਲਕੁਲ ਨਾਲ ਰੂਮ ਪਤਾ ਕੀਤਾ, ਉਹ ਕਹਿੰਦੇ ਨਹਾਉਣ ਦਾ ਪ੍ਰਬੰਧ ਨਹੀਂ ਹੈਗਾ ਉੱਥੇ ਕੋਈ, ਤੇ ਇਸ ਕਰਕੇ ਅਸੀਂ ਕੁਝ ਨਹੀਂ ਕਰ ਸਕਦੇ। ਪਰ ਸਾਨੂੰ ਹੁੰਦਾ ਕਿ ਇੱਕ ਵਾਰੀ ਨਹਾ ਕੇ ਸੋਈਏ ਤਾਂ ਸਾਰੀ ਥਕਾਵਟ ਲੈ ਜਾਂਦੀ ਆ। ਤੇ ਇਹਨੇ ਸਾਨੂੰ ਅਲਾਉ ਕੀਤਾ, ਕਹਿੰਦਾ ਠੀਕ ਆ ਜੀ, ਤੁਹਾਨੂੰ ਗਰਮ ਪਾਣੀ ਦੇ ਦੂੰਗਾ ਤੇ ਤੁਸੀਂ ਨਹਾ ਸਕਦੇ ਹੋ। ਤੇ ਇੱਦਾਂ ਫਿਰ ਅਸੀਂ ਇਹ ਰੂਮ ਸੈੱਟ ਕਰ ਲਿਆ। ਬੰਦਾ ਮੰਗਦਾ ਸੀਗਾ 1500 ਨੇਪਾਲੀ, ਮੈਨੂੰ ਕਿਹਾ ਯਾਰ ਕੁਛ ਘੱਟ ਕਰ ਲਾ, ਫਿਰ ਉਹ 1200 ਤੇ ਉਹਦੇ ਨਾਲ ਡੀਲ ਹੋ ਗਿਆ। ਤੇ ਕਦੇ ਕਦੇ ਹੋ ਜਾਂਦਾ ਕਿ ਸਾਨੂੰ ਪੈਸੇ ਲਾਉਣੇ ਪੈ ਜਾਂਦੇ ਨੇ, ਤੇ ਉਹ ਸਿਚੁਏਸ਼ਨ ਵੀ ਆ ਜਾਂਦੀ ਆ। ਅਦਰਵਾਈਜ਼ ਸਾਨੂੰ ਬਹੁਤ ਬੰਦੇ ਸਪੋਰਟ ਕਰ ਜਾਂਦੇ ਨੇ। ਕਈ ਵਾਰੀ ਇਹੀ ਜਗ੍ਹਾ ਹੁੰਦੀ ਇੱਥੇ ਕੋਈ ਸਪੋਰਟ ਕਰਨ ਨੂੰ ਨਹੀਂ ਹੁੰਦਾ। ਤੇ ਇਹ ਸੀਗੇ ਜਿਨ੍ਹਾਂ ਨੇ ਸਾਨੂੰ ਰਾਤ ਕਮਰਾ ਦਿੱਤਾ ਸੀਗਾ, ਇਹ ਰਾਤ ਆਏ ਸੀਗੇ, ਤੇ ਇਹ ਇੱਥੋਂ ਦੇ ਹੀ ਕਰਤਾ ਧਰਤਾ ਨੇ, ਇਹਨਾਂ ਨੇ ਫਿਰ ਸਾਨੂੰ ਸਾਰੀ ਫੈਸਿਲਿਟੀ ਦਿੱਤੀ। ਤੇ ਹੁਣ ਬ੍ਰੇਕਫਾਸਟ ਕਰਨ ਚੱਲੇ ਆ। ਉਹ ਕਹਿੰਦੇ ਸਾਡੇ ਕੋਲੇ ਆਮਲੇਟ ਆ, ਸਿਰਫ ਆਮਲੇਟ ਤੇ ਚਾਹ ਕੌਫੀ ਮਿਲ ਜੂ, ਹਜੇ ਕੁਛ ਹੋਰ ਨਹੀਂ ਮਿਲਣਾ। ਤੇ ਕੱਲ੍ਹ ਕੁਲਵਿੰਦਰ ਜੀ ਨੇ ਜਿਹੜੇ ਸਾਨੂੰ ਰੋਟੀ ਖਵਾਈ ਸੀਗੀ, ਲੰਗਰ ਖਵਾਇਆ ਸੀ, ਉਹ ਘਰੋਂ ਬਣਾਇਆ ਸੀ, ਉਹਦੇ 'ਚੋਂ ਬਚੀਆਂ ਹੋਈਆਂ 3-4 ਪ੍ਰਸ਼ਾਦੇ ਹਜੇ ਹੈਗੇ ਨੇ। ਤੇ ਹੁਣ ਅਸੀਂ ਇਹਦੇ ਨਾਲ ਬ੍ਰੇਕਫਾਸਟ ਕਰਾਂਗੇ। ਤੇ ਥੈਂਕ ਯੂ ਕੁਲਵਿੰਦਰ ਜੀ ਦੁਬਾਰਾ ਇਹਦੇ ਲਈ। ਕੰਡੋਲ ਥਾਲੀ ਕਿਚਨ ਐਂਡ ਗੈਸਟ ਹਾਊਸ। ਇਹ ਕਹਿੰਦੇ ਸਾਡੇ ਕੋਲੇ ਨੇਪਾਲੀ ਥਾਲੀ, ਓਰੀਜਨਲ ਨੇਪਾਲੀ ਥਾਲੀ ਹੈਗੀ ਆ। ਇਸ ਰੂਟ 'ਤੇ ਸਿਰਫ ਅਸੀਂ ਹੈਗੇ ਆ ਇਕਲੌਤੇ ਜਿਨ੍ਹਾਂ ਕੋਲ ਓਰੀਜਨਲ ਨੇਪਾਲੀ ਥਾਲੀ ਮਿਲੂਗੀ। ਨੇਪਾਲੀ ਥਾਲੀ ਮਤਲਬ ਬਹੁਤ ਹੈਲਦੀ, ਬੇਸਿਕ, ਜਾਇਜ਼ ਰੇਟ ਦੇ ਮਸਾਲਿਆਂ ਤੋਂ ਬਿਨਾਂ ਹੁੰਦੀ ਆ। ਇਹ ਅਗਰ ਖਾਂਦੇ ਰਹੋ ਤੁਹਾਨੂੰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਪੈਣੀ। ਤੇ ਨਾਲ ਸੀਗਾ ਤਾਜ ਰਿਵਰ ਸਾਈਡ ਰਿਸੋਰਟ ਐਂਡ ਐਡਵੈਂਚਰ। ਇਹ ਰੇਟ ਮਤਲਬ ਨਾਮ ਤੋਂ ਹੀ ਲੱਗਦਾ ਕਿ ਇਹ ਮਹਿੰਗਾ ਹੋਊਗਾ, ਅਸੀਂ ਫਿਰ ਤੇ ਟਰਾਈ ਵੀ ਨਹੀਂ ਕੀਤੀ। ਇਹ ਸਾਨੂੰ ਠੀਕ ਲੱਗਿਆ। ਤੇ ਹੁਣ ਅਸੀਂ ਪ੍ਰਸ਼ਾਦੇ ਛਕ ਕੇ ਅੱਗੇ ਨੂੰ ਨਿਕਲਦੇ ਹਾਂ, ਰਸਤੇ 'ਚ ਕਰਾਂਗੇ ਗੱਲਾਂ ਬਾਤਾਂ। ਨਿਕਲ ਚੱਲੇ ਅਸੀਂ ਰੂਮ 'ਚੋਂ, ਬਸ ਇੱਕ ਬੋਤਲ ਜਿਹੜਾ ਲੀਕ ਕਰਦੀ ਆ ਇਹ ਬਦਲਾ ਲਈਏ। ਇੱਥੋਂ ਮੂਲਕੋਟ ਸਿਰਫ ਜਿਹੜਾ ਸਾਡਾ ਰੂਮ ਹੈ 200-300 ਮੀਟਰ ਦੀ ਦੂਰੀ 'ਤੇ ਸੀ। ਇੱਥੇ ਪਹੁੰਚੇ ਹਾਂ, ਨਾਲ ਹੀ ਹੋ ਗਿਆ ਕੰਮ ਸ਼ੁਰੂ। ਇੱਥੇ ਸਾਈਕਲ ਨਾਲ ਨਹੀਂ ਚੜ੍ਹਿਆ ਜਾਣਾ, ਤੁਸੀਂ ਦੇਖ ਰਹੇ ਹੋ। ਐਂ ਜਾਏ, ਇੱਧਰ ਨੂੰ ਗਏ, ਉੱਧਰ ਨੂੰ ਗਏ, ਫਿਰ ਉੱਪਰ ਨੂੰ ਗਏ। ਐਂ ਕਰਦੇ ਕਰਦੇ ਇੱਥੇ ਕਰੋ 1 2 3 4 ਤਾਂ ਬੰਗਬਲੇ ਜੇ ਇੱਥੇ ਹੀ ਨੇ, ਉਰੇ ਹੀ। ਇਹ ਪੂਰੇ ਹਾਈਟ ਹੈ, ਮਤਲਬ ਇਹ ਸਡਨਲੀ ਹਾਈਟ ਚੜ੍ਹਦੀ ਹੈ ਇੱਥੇ। ਤੇ ਇਹ ਤਾਂ ਚਲੋ ਚੜ੍ਹਨਾ ਹੀ ਆ, ਇਹਦਾ ਸਵਾਦ ਵੀ ਲੈਣਾ। ਹੁਣ ਅਸੀਂ ਇੱਥੋਂ ਅਸੀਂ ਪੈਦਲ ਹੀ ਚੱਲਾਂਗੇ, ਰੋੜ ਕੇ ਲੈ ਕੇ ਜਾਵਾਂਗੇ। ਤੇ ਅੱਗੇ ਇੱਥੋਂ ਇਸ ਜਗ੍ਹਾ ਤੋਂ ਲੈ ਕੇ ਬਦਰੀਪਾਸ ਜਿਹੜਾ ਹੈਗਾ ਇਹ ਤਕਰੀਬਨ 100 ਕਿਲੋਮੀਟਰ ਹੈਗਾ। ਅਗਰ ਤਾਂ ਸਾਨੂੰ ਪਹਾੜੀ ਮਿਲੀ ਆਹੀ, ਫੇਰ ਤਾਂ ਅੱਜ ਅਸੀਂ 100 ਖਿੱਚ ਦਾਂਗੇ, ਕੋਈ ਚੱਕਰ ਨਹੀਂ। ਤੇ ਹੋ ਸਕਦਾ ਅੱਗੇ ਥੋੜ੍ਹੀ ਬਹੁਤ ਹੋਵੇ, ਕਿਉਂਕਿ ਇਹਨੂੰ ਪਾਰ ਕਰਨ ਨੂੰ ਸਾਨੂੰ ਘੰਟਾ ਉਹੀ ਨਿਕਲ ਜਾਣਾ ਆਰਾਮ ਨਾਲ ਹੀ। ਹੈ ਛੋਟੀ ਜੀ, ਪਰ ਉਹੀ ਮਾੜੀ ਗੱਲ ਵਾਲੀ ਘੰਟਾ ਨਿਕਲ ਜਾਂਦਾ। ਕੁਆਲਿਟੀ ਬੀਚ ਰਿਸੋਰਟ ਪ੍ਰਾਈਵੇਟ ਲਿਮਟਿਡ ਤੋਂ ਪਹਾੜੀਆਂ ਸਾਰੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹ ਸੀਗਾ ਸਾਹਮਣੇ ਕੁਆਲਿਟੀ, ਜਿੱਥੇ ਇੱਥੇ ਅਸੀਂ ਖੜ੍ਹ ਕੇ ਤੁਹਾਨੂੰ ਉੱਪਰਲਾ ਵਿਊ ਦਿਖਾਇਆ ਸੀਗਾ ਨਾ, ਫੋਟੋ ਖਿੱਚੀ ਸੀ ਉੱਥੋਂ। ਹੁਣ ਉੱਥੋਂ ਅਸੀਂ ਜਾ ਕੇ ਇੱਥੋਂ ਐਂ ਜਾ ਕੇ ਪਤਾ ਨਹੀਂ ਕਿੱਧਰ ਨੂੰ ਘੁੰਮ ਗਿਆ। ਇਹ ਅਸੀਂ ਇੱਥੇ ਤੱਕ ਪਹੁੰਚ ਗਏ। ਹੁਣ ਤਕਰੀਬਨ ਅੱਧਾ ਸਾਡਾ ਸਫ਼ਰ ਇਹ ਵਾਲਾ ਜਿਹੜਾ ਦਿਖ ਰਿਹਾ ਸੀ ਉਹ ਪੂਰਾ ਹੋ ਗਿਆ। ਦੇਖੋ ਇੱਥੋਂ ਦਾ ਨਜ਼ਾਰਾ, ਪੂਰੀ ਉਹ ਨਦੀ ਜਿਹੜੀ ਕਿੰਨੀ ਚੌੜੀ ਹੋ ਗਈ। ਉਹ ਥੱਲੇ ਪੂਲ ਕੁਆਲਿਟੀ ਵਾਲਿਆਂ ਦਾ,
ਬਸ ਥੋੜੀ ਜਗ੍ਹਾ ਬਣਾਈ ਸੀਗੀ ਰੈਸਟ ਕਰਨ ਨੂੰ, ਅਸੀਂ ਰੈਸਟ ਕਰਕੇ ਹੁਣ ਇਸ ਤੋਂ ਆ ਅੱਗੇ ਨਿਕਲਾਂਗੇ। ਆ ਦੇਖੋ, ਹਾਂ ਉਹ ਉੱਪਰ ਦਿਖਦੇ ਆ ਤੁਹਾਨੂੰ, ਉੱਥੇ ਜਾਣਾ ਹੁਣ ਅਸੀਂ। ਇੱਥੇ ਸਾਨੂੰ ਇੱਕ ਨਵੀਂ ਚੀਜ਼ ਮਿਲੀ, ਜ਼ਿੰਦਗੀ 'ਚ ਪਹਿਲੀ ਵਾਰ ਦੇਖੀ ਆ। ਪਹਾੜੀ ਦੇ ਨਾਲ ਸ਼ੀਸ਼ੇ ਹੀ ਸ਼ੀਸ਼ੇ। ਆਹ ਤੁਸੀਂ ਦੇਖੋ, ਆਹ ਦੇਖੋ, ਸ਼ੀਸ਼ੇ ਹੀ ਸ਼ੀਸ਼ੇ, ਸ਼ੀਸ਼ੇ ਹੀ ਸ਼ੀਸ਼ੇ। ਇਹ ਸਾਰੇ ਮਿਰਰ ਨੇ, ਔਰ ਮਿਰਰ ਦੇ ਉੱਤੇ ਬਹੁਤ ਕੁਝ ਲਿਖਿਆ ਵੀ ਹੋਇਆ। ਜਿਵੇਂ ਆਹ ਦੇਖੋ, ਭਗਵਤੀ ਪ੍ਰਦੇਸ਼ 3, ਅੱਗੇ ਨਾ ਇਹ ਨੰਬਰ ਲਿਖਿਆ ਹੈ, ਮੈਨੂੰ ਲੱਗਦਾ ਬਾਈਕ ਦਾ ਨੰਬਰ ਹੋਊਗਾ। ਇਹ ਕਹਿੰਦੇ, ਇੱਥੇ ਪੁੱਛਿਆ ਕਿਸੇ ਨੂੰ, ਕਹਿੰਦੇ ਅੱਗੇ ਜਾ ਕੇ ਇੱਕ ਨਾ ਮੰਦਿਰ ਆ, ਉਹ ਮੰਦਿਰ ਦੀ ਕੋਈ ਮਾਨਤਾ ਹੈਗੀ ਆ, ਤੇ ਜਿਹੜਾ ਵੀ ਉੱਥੇ ਜਾਂਦਾ ਤੇ ਆਪਣਾ ਸ਼ੀਸ਼ਾ ਲਗਾ ਕੇ, ਮੇਖ ਗੱਡ ਕੇ ਇੱਥੇ ਟੰਗ ਕੇ ਚਲਾਉਂਦਾ। ਇਹ ਪਤਾ ਨਹੀਂ ਕਦੋਂ ਤੋਂ ਇਹ ਚੱਲਦਾ ਆ ਰਿਹਾ, ਇਹ ਵਧੀ ਜਾ ਰਿਹਾ ਕੰਮ, ਵਧੀ ਆ। ਦੇਖੋ ਅੱਗੇ ਤੱਕ ਸ਼ੀਸ਼ੇ ਲੱਗੇ ਹੋਏ ਨੇ। ਦੇਖੋ ਲੋਕ ਕੀ ਕਰਦੇ ਨੇ, ਕਿਵੇਂ ਕਰਦੇ ਨੇ। ਸਭ ਦੀ ਸ਼ਰਧਾ ਆਪਣੀ ਆਪਣੀ ਹੁੰਦੀ ਆ, ਆਪਣੇ ਆਪਣੇ ਚਾਅ ਹੁੰਦੇ ਨੇ, ਤੇ ਉਹਨਾਂ ਨੂੰ ਇਹਦੇ 'ਚ ਹੀ ਚੰਗਾ ਲੱਗੀ ਜਾਂਦਾ, ਉਹ ਇਹ ਕਰੀ ਜਾਂਦੇ ਨੇ, ਹੈ ਨਾ। ਜ਼ਿੰਦਗੀ ਜਿਉਣ ਦੇ ਅਲੱਗ-ਅਲੱਗ ਤਰੀਕੇ ਹੁੰਦੇ ਨੇ ਸਭ ਦੇ। ਕੋਈ ਨਾ ਕੋਈ ਚੀਜ਼ ਕਰਕੇ ਅਗਰ ਤੁਹਾਨੂੰ ਬੂਸਟ ਮਿਲਦਾ, ਉਹਦੀ ਯਾਦ ਜਿਹੜੀ ਹੁੰਦੀ ਆ ਤੈਨੂੰ ਚੰਗੀ ਲੱਗਦੀ ਆ ਕਰਨ ਤੋਂ ਬਾਅਦ ਦੇ ਵਿੱਚ, ਤਾਂ ਜ਼ਰੂਰ ਕਰੋ। ਦੇਖੋ ਸਾਰੇ शीशे ही शीशे ने। तो अगर किसी को पता हो, अगर किसी को पता हो इसके बारे में भी क्लियर कट ये क्यों है, तो मुझे कमेंट में ज़रूर बताना, क्योंकि जो यहाँ के रहने वाले हैं वो इसके बारे में बाखूबी जानते होंगे। मुझे इसके बारे में नहीं पता, और पंजाब के लोगों को भी नहीं पता। तो इसलिए आप अगर पता है तो ज़रूर बताओ क्या चीज़ है ये। शीशे ने ते आ देखो, आ रोड जितों असी चढ़ते आ रहे हैं, अगर पिछे ਨੂੰ जाइए ਉਹ ਤੁਹਾਨੂੰ ਦਿਖ ਰਿਹਾ ਹੋਊਗਾ। ਦੇਖੋ ਜਾ ਰਹੇ ਥੱਲੇ ਸੱਪ ਵਾਂਗੂ ਇੱਦਾਂ ਕਰਦੇ ਉਹ ਥੱਲੇ ਛੋਟਾ ਸੀਗਾ ਉਹ ਜਿਹੜਾ ਕੁਆਲਿਟੀ ਵਾਲਾ ਜਿੱਥੋਂ ਅਸੀਂ ਤੁਰੇ ਸੀ। ਇੱਥੋਂ ਸਾਨੂੰ ਪੂਰੇ 3 ਕਿਲੋਮੀਟਰ ਹੋ ਗਏ ਨੇ ਸੱਪ ਜਾਂ ਲੰਘਦੇ ਇੱਥੇ 3 ਕਿਲੋਮੀਟਰ ਬਣਦੇ ਆ ਸਾਡੇ। ਅਜੇ ਹੋਊਗਾ ਉੱਤੇ 2.5 ਕਿਲੋਮੀਟਰ 2.5 ਕਿਲੋਮੀਟਰ ਹਜੇ ਹੋਰ ਜਾਣਾ ਹੋਊਗਾ। ਆੜਾ ਹੈਗਾ, ਇਹਨੂੰ ਰਿਵਰ ਬੈੱਡ ਕਹਿੰਦੇ ਨੇ। ਆਹ ਹੈਗਾ ਮਾਹੌਲ, ਇਹ ਮਾਹੌਲ ਆ ਪਹਾੜੀਆਂ ਨਾਲ ਘਿਰਿਆ ਹੋਇਆ। ਤੇ ਜੇ ਮੈਂ ਆਪਦੀ ਗੱਲ ਕਰਾਂ, ਪੂਰਾ ਪਸੀਨੇ ਨਾਲ ਲੱਥ-ਪੱਥ ਹੈਗੇ ਅਸੀਂ। ਤੁਹਾਨੂੰ ਮੈਂ ਦਿਖਾਉਣਾ ਪੂਰਾ ਪਸੀਨਾ, ਜੈਕਟ ਮੇਰੀ ਪਸੀਨੇ ਨਾਲ ਭਿੱਜ ਚੁੱਕੀ ਆ। ਤੇ ਜੇ ਮੈਂ ਜੈਕਟ ਲਾਉਂਗਾ ਤਾਂ ਇੱਥੇ ਇੱਕਦਮ ਠੰਡ ਲੱਗੂਗੀ ਮੈਨੂੰ, ਤਾਂ ਥੋੜੀ ਦੇਰ ਰੁੱਕ ਕੇ ਲਾਉਂਗਾ ਜੈਕਟ। ਲਈ ਸੋਰਸ ਜਿੱਥੇ ਸ਼ੀਸ਼ੇ ਵੇਚੇ ਜਾਂਦੇ ਨੇ, ਵੇਚੇ ਜਾਂਦੇ ਮਤਲਬ ਕ੍ਰੀਏਟ ਕੀਤੇ ਜਾਂਦੇ, ਆਪਣੇ ਨਾਮ ਲਿਖੋ, ਮੇਖਾਂ ਮਿਲਦੀਆਂ ਇੱਥੋਂ। ਫਿਰ ਜਿਹੜਾ ਨੰਗਦਾ ਉਹ ਲਾਉਂਦੇ ਜਾਂਦਾ। ਤੁਸੀਂ ਦੇਖੋ ਉਹ ਉੱਥੇ ਤੱਕ ਪਿੱਛੇ ਤਾਂ 4 ਸ਼ੀਸ਼ੇ ਦੇਖੇ, ਹੈਰਾਨ ਮੰਨ ਗਏ ਵੀ ਇੰਨੇ। ਉਹ ਜਦੋਂ ਅੱਗੇ ਆਏ ਉੱਥੇ ਪੂਰੀ ਵਾਲ ਹੀ ਭਰੀ ਪਈ ਆ, ਮਤਲਬ 300-400 ਮੀਟਰ ਤੱਕ ਪੂਰੀ ਵਾਲ ਭਰੀ ਹੋਈ ਆ ਇਹਨਾਂ ਨੇ। ਤੇ ਇਹ ਥੱਲੇ ਤੱਕ ਭਰਦੇ ਜਾ ਰਹੇ ਆ। ਇੱਦਾਂ ਲੋਕ ਇੱਥੇ ਦਾਨ ਪੇਟੀ 'ਚ ਕੋਈ ਨਾ ਕੋਈ ਆਪਣੇ ਪੈਸੇ ਪਾਉਂਦੇ ਨੇ। ਇੱਥੇ ਮੰਦਰ ਅੰਦਰ ਇਹਦੇ ਇਹ ਮੰਦਰ ਹੈ। ਇੱਥੇ ਮਾਨਤਾ ਹੈਗੀ ਆ ਕਿ ਕਹਿੰਦੇ ਇੱਥੇ ਐਕਸੀਡੈਂਟ ਬਹੁਤ ਹੁੰਦੇ ਸੀਗੇ, ਤੇ ਉਸ ਤੋਂ ਬਾਅਦ ਮਾਤਾ ਨੇ ਕਿਸੇ ਨੂੰ ਦਰਸ਼ਨ ਦਿੱਤੇ ਤੇ ਦੱਸਿਆ ਵੀ ਐਂ ਕਰਕੇ ਇੱਥੇ ਇੱਕ ਮੰਦਰ ਬਣਾਓ, ਜਿਹਦੇ ਨਾਲ ਫਿਰ ਉਹ ਮੰਦਰ ਬਣਾਇਆ। ਤੇ ਪੁਜਾਰੀ ਜੀ ਨੇ ਤੇ ਇਹ ਸ਼ੀਸ਼ਾ ਕਹਿੰਦੇ ਜਿਹੜਾ ਚੜਾ ਕੇ ਜਾਂਦਾ ਇੱਥੇ, ਉਹਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਇਸ ਰੂਟ ਦੇ ਉੱਤੇ। ਉਸ ਤੋਂ ਬਾਅਦ ਕਹਿੰਦੇ ਐਕਸੀਡੈਂਟ ਇੱਥੇ ਆਉਣੇ ਬੰਦ ਹੋ ਗਏ। ਇੱਥੇ ਕੋਈ ਬੱਸ 'ਚੋਂ ਸਿੱਟ ਕੇ ਗਿਆ, ਆਪਾਂ ਚੱਕ ਕੇ ਇਹਦੇ ਵਿੱਚ ਪਾ ਦਿੰਦੇ ਹਾਂ, ਠੀਕ ਹੈ। ਇੱਦਾਂ ਹੀ ਜਾਂਦੇ ਇੱਥੇ ਪੈਸੇ ਸਿੱਟ ਜਾਂਦੇ ਨੇ ਤੇ ਚੱਕ ਕੇ ਉਹ ਵਿੱਚ ਰੱਖ ਲੈਂਦੇ। 15 ਕਿਲੋਮੀਟਰ ਹਜੇ ਆਏ ਆ ਸਾਰਾ। ਇੱਕ ਸਾਨੂੰ ਹੋਰ ਚੜਾਈ ਟੱਕਰ ਗਈ, ਉਹੋ ਜਿਹੀ ਬਿਲਕੁਲ ਹੋਟਲ 'ਚੋਂ ਨਿਕਲਣ ਲੱਗੇ ਸਟਾਰਟ ਸੀ ਨਾ ਪਹਾੜੀ ਸੱਪ ਵਾਲੀ। ਉਹ ਕਿਹਾ ਚਲੋ ਹੁਣ ਚੜਾਈ ਚੜ੍ਹਨ ਤੋਂ ਪਹਿਲਾਂ ਇੱਕ ਕੱਪ ਚਾਹ ਦਾ ਪੀਏ। ਤੇ ਚਾਹ ਆ ਗਈ, ਉਹ ਜਤਿੰਦਰ ਬੈਠਾ ਚਾਹ ਪੈਂਦਾ, ਚਾਹ ਪੀ ਕੇ ਚੜਾਈ ਚੜ੍ਹਨ ਜੋਗੇ ਹੋ ਜਾਗੇ। ਉਹ ਥੱਲੇ ਇੱਥੇ ਚਾਹ ਪੀਤੀ ਸੀ, ਉੱਥੋਂ ਚੜ੍ਹ ਕੇ ਇੱਥੇ ਕਰਕੇ ਇੱਥੇ ਆਏ ਆ। ਤੇ ਮਤਲਬ ਤੁਸੀਂ ਦੇਖੋਗੇ ਕਿ ਪਾਣੀ ਦਾ ਨਿਕਾਸ ਹਰ ਰੋਡ ਦੇ ਥੱਲੇ ਦੀ ਆ। ਦੇਖੋ ਕਿੱਡਾ ਵੱਡਾ ਪਾਈਪ ਲਾਇਆ ਹੋਇਆ, ਔਰ ਪਾਈਪ ਦੇ ਅੱਗੇ ਇੱਦਾਂ ਦੀ ਇੱਕ ਕੰਕਰੀਟ ਦੀ ਬਾਉਂਡਰੀ ਲਾਉਂਦੇ ਨੇ ਤਾਂ ਕਿ ਇਹਦਾ ਪ੍ਰੈਸ਼ਰ ਇੰਨਾ ਜ਼ਿਆਦਾ ਨਾ ਹੋਵੇ ਕਿ ਅੱਗੇ ਹੀ ਨਿਕਲ ਜੇ। ਬਾਉਂਡਰੀ ਲਾ ਕੇ ਥੱਲੇ ਨੂੰ ਮੂਵ ਕੀਤਾ, ਥੱਲੇ ਨੂੰ ਫਿਰ ਇੱਕ ਵੱਡੇ ਪਰਨਾਲੇ ਵਾਂਗੂ ਐ ਨਾਲ ਜਾਂਦਾ। ਪਾਣੀ ਦਾ ਨਿਕਾਸ ਬਹੁਤ ਘੈਂਟ ਕੀਤਾ ਹੋਇਆ, ਕਿਉਂਕਿ ਪਾਣੀ ਨੂੰ ਰੋਕਣਾ ਤਾਂ ਬੇਵਕੂਫੀ ਹੋਊਗੀ। ਇਹ ਤਰੀਕੇ ਨਾਲ ਰੋਕਣਾ ਮੁਸ਼ਕਲ ਹੈ, ਇਹਨੂੰ ਸਹੀ ਰਸਤਾ ਦਿਓ ਉਹੀ ਵਧੀਆ। ਮਤਲਬ ਕਿ ਤੁਸੀਂ ਫੀਲ ਕੀਤਾ ਹੋਣਾ ਕਦੇ ਡਬਲ ਬੋਨਸ,
मतलब एक बार थोड़ा कोई गिफ्ट देवे है ना, नाल ही थोड़ा अचानक से एक होर गिफ्ट देवे तो बड़ा ही नज़ारा आता ना। ਇਹੋ ਜਿਹੇ नज़ारे सानू बहुत मिलते हैं। चढ़ाई चढ़ के हजे रुके सी, कहते 300 मीटर तुसी होर अपहिल ते जाओगे। चलो जी आप अपहिल ते चलते जाने, आपका काम ही यही है साडा। तो इत्थों अपहिल मिलूगी, अपहिल चढ़ते हैं। देखो शक्लों तो थानू आइडिया तो लग गया होगा साडा कितना जोर लग्या होया। तुसीं चेहरा देख सकते हैं गुलाबी गुलाबी होया पिया। तो जिन्ना जोर वध लगदा उन्नियां साडियां ब्रेकां भी वध जांदियां। ते ब्रेकां बहुत तरह दीयां हो गईयां साडियां। एक हो गई वाटर ब्रेक, टी ब्रेक, स्निकर ब्रेक, ते ओबराए जी वाला एक हैगा इंस्टेंट, की नाम नहीं पता की है, उन्होंने बहुत वधिया एक टैबलेट दी सी। ते वो टैबलेट ब्रेक, ते एक आह प्रदीप जी ने दिता सीगा सानू, हजे तक वो साम के रखे ने, जो लोड़ पैंदी उदों पाने। ओए होए गल तो कर लैण दे यार, जो गल करदे उदों पता नहीं क्यों हाਰਨ मारदे आ। ते आ दिता, ते ये भी बहुत अच्छा प्रोडक्ट सीगा इन्हां दा। ते इहदी ब्रेक हुण इहदी ब्रेक चल रही आ। ते इदां असीं इस टूर च कई ब्रेकां बना चुके हैं। फोटो ब्रेक, पोर्ट्रेट ब्रेक, वीडियो ब्रेक, पहाड़ ब्रेक, नदी ब्रेक, झरना ब्रेक। ब्रेकां ही ब्रेकां ने बस। जदों मूँह तुसीं इहो जिहा लाल देखोगे फिर ब्रेकां दी गिणती असीं वधा दिंदे आ, क्योंकि वो तो बिना असीं चढ़ नहीं सकते। हुण इस तो बाद मिलदे आ पौने सच लाफ्टर ब्रेक। कई बार गल्लां बातां इहियां चल पैंदियां, इन्ना हासा आउंदा कि सानू ब्रेक लैके हस के रुकना पैंदा। उहनूं कहंदे आ लाफ्टर ब्रेक। असीं वो भी 2-3 वारी लै चुके पूरे टूर च। बड़ा जबरदस्त हासा कि साइकिल नहीं चलिया उस तो बाद। ते जे तुसीं पायलट की सीट ते अगर बैठोगे मान ला इहदे ते मूहरे ते, तो तुहानूं इहो जिहा नज़ारा नज़र आऊगा। ये हैगा कॉकपिट पूरा। इत्थे पानी की बोतल होगी, होल्डर होगा, लाइट 2 लाइट, नैविगेशन, साइड मिरर, उधरला मिरर, आ नेपाल की शान वह झंडा हैगा फ्लैग। बाकी मेरे बोले आ चीज़ थोनू लगातार दिखती रहूगी जो तुम सफ़र कटोगे। थोड़ी निगाह इत्थे रहूगी, कदे अगे कदे इत्थे कदे अगे कदे इदे, बस आ चली जाना आ चली जाना। इदां ही सफ़र ये कट्टिया जांदा हुंदा। आ व्यू तुसीं देख सकते हो, मतलब मेरियां अखां आ व्यू देखदियां ने सफ़र दे विच। तुसीं महसूस कर सकते हो भी कितना क भार होऊगा, कितना होऊगा ये होऊगा मुरे कोई 15 किलो का होऊगा, जिहड़ा हैंडल मॉडल लगे नाल मुड़दा है। यानी बाहवां की तसल्ली हुंदी आ पूरी। एक्सरसाइज है भी, फिटनेस। साडे हर बैग की अपनी अपनी एक कहानी आ। जे एक एक बैग नूं एक एक गलबात करिए पूरे टूर दी, पूरा कह लो कि 2-2 घंटे असीं एक एक बैग ते ला सकते हैं, पर समय की कमी करके नहीं ला सकते। आ ट्रायंगल जिहड़ा हैगा ये च असीं अपना सारा जिहड़े तुहानूं दिखाए ना कुछ चॉकलेट वगैरह इदां दा समान इह च रखदे आ। ते हुण अगे चलदे आ, फिर होर भी गल्लां करांगे। आ विचारियां टाइयां दा हजे तक लोड़ नहीं पई, पर कुछ चीज़ां हुंदियां जिहड़ा कि टर्निंग पॉइंट साबित हुंदियां ने। जदों लोड़ पैंदी आ उदों लोड़ पैंदी आ, उन्नी देर तक इहनूं रखो इत्थे साइड ते। जिवें कई वारी कई ਇਹੋ ਜਿਹੇ ਧੀ ਪੁੱਤ ਹੁੰਦੇ ਨੇ ਜਿਹੜੇ कि अपने ਬਜ਼ੁਰਗਾਂ ਨੂੰ ਨਾਲ ਰੱਖਦੇ ਨੇ ਸਿਰਫ ਇਸ ਕਰਕੇ ਕਿ ਯਾਰ ਇਹ ਤਾਂ ਬੋਝ ਆ ਮੇਰੇ ਤੇ, ਐਵੇਂ ਚੱਕੀ ਫਿਰਦੇ ਆ, ਤੇਰੀ ਲੋੜ ਤਾਂ ਹੈ ਨਹੀਂ, ਤੂੰ ਖੰਘ ਹੀ ਜਾਂਦਾ, ਗੋਡੇ ਤੇਰੇ ਦੁਖਦੇ ਨੇ। ਪਰ ਯਕੀਨ ਮੰਨਿਓ ਉਹ ਜਦੋਂ ਨਹੀਂ ਹੁੰਦੇ ਨਾ ਉਦੋਂ ਤੁਹਾਨੂੰ ਪਤਾ ਲੱਗਦਾ ਕਿ ਯਾਰ ਨਹੀਂ ਯਾਰ ਇਹਨਾਂ ਦਾ ਵੀ ਇਹਦੇ ਬਹੁਤ ਜ਼ਿਆਦਾ ਯੋਗਦਾਨ ਸੀ। ਜਿਵੇਂ ਕਿ ਆਕਸੀਜਨ ਦਾ ਯੋਗਦਾਨ ਹੁੰਦਾ ਨਾ, ਆਕਸੀਜਨ ਨਾ ਹੋਵੇ ਫਿਰ ਪਤਾ ਲੱਗਦਾ ਆਕਸੀਜਨ ਦੀ ਕਿੰਨੀ ਜ਼ਿਆਦਾ ਲੋੜ ਆ। ਤਾਂ ਆਪਣੇ ਬਜ਼ੁਰਗਾਂ ਦਾ ਵੀ ਪੂਰਾ ਸਤਿਕਾਰ ਕਰੋ, ਪਿਆਰ ਕਰੋ। ਤੁਹਾਨੂੰ ਲੱਗੂਗਾ ਕਿ ਉਹ ਨਹੀਂ ਕੰਮ ਦੇ, ਪਰ ਐਕਚੁਅਲੀ ਉਹਨਾਂ ਦੇ ਸਿਰ ਤੇ ਹੀ ਤੁਸੀਂ ਉਡਾਰੀਆਂ ਮਾਰਦੇ ਹੋ, ਉਹਨਾਂ ਦੀਆਂ ਦੁਆਵਾਂ ਦੇ ਸਿਰ ਤੇ ਉਡਾਰੀ ਵੱਜਦੀ ਹੈ ਸਾਰੀ। ਇਹ ਸਨਿਕਰ ਟਾਈਮ ਹੋ ਗਿਆ ਆਪਣਾ। ਇਹ ਆ ਸੀਗਾ ਪੂਰੇ ਟੂਰ 'ਚ ਪਹਿਲੀ ਵਾਰ ਡਬਲ ਡੋਜ਼ ਲਈ ਹੈ ਇਹਦੀ, ਕਿਉਂਕਿ ਚੜਾਈ ਅੱਗੇ ਹੈਗੀ ਆ ਲੰਬੀ। ਇੱਕ ਪਹਿਲਾਂ ਖਾ ਲਿਆ, ਨਾਲ ਹੀ ਕਹਿੰਦਾ ਦੂਜਾ ਵੀ ਖੋਲ ਕੇ ਹੁਣੇ ਹੀ ਚੱਕ ਦੋ ਬੱਟੇ। एक दो एक एक दो एक एक दो एक, आगे बढ़ेंगे। चल भाई फौजी, एक दो
ਆਜਾ ਲਾ ਲਓ ਸਾਡਾ ਹਾਲ ਕਿੱਦਾਂ ਦਾ। ਆ ਮੰਨ ਲਓ ਸਾਰਾ ਉਹ ਹੋਵੇ, ਅਸੀਂ ਪਤਾ ਕਿੱਡੇ ਕੁ ਲੱਗਦੇ ਆ। ਇਹ ਆ ਅਸੀਂ ਆ ਪਹਾੜਾਂ 'ਚ ਤੁਰੇ ਫਿਰਦੇ ਆ। ਅਸੀਂ ਕਦੇ ਇੱਧਰ ਮੁੜ ਜਾਂਦੇ ਆ, ਕਦੇ ਉੱਧਰ ਮੁੜ ਜਾਂਦੇ ਆ। ਤੇ ਕਦੇ ਕਦੇ ਕੋਈ ਰਸਤੇ 'ਚ ਮਿਲ ਜਾਂਦਾ, ਉਹਨੂੰ ਹੈਲੋ ਹਾਏ ਹੋ ਜਾਂਦੀ ਆ। ਤੇ ਬਸ ਅਸੀਂ ਚੜਾਈਆਂ ਚੜ੍ਹੀ ਜਾਂਦੇ ਆ ਦੇਖੋ ਪਹਾੜ ਏਡੇ ਏਡੇ ਨੇ। ਚੜਾਈ ਤਾਂ ਸਾਨੂੰ ਹੁਣ ਆਖਰੀ ਲੱਗਦੀ ਆ, ਜੇ ਆਖਰੀ ਹੋਵੇ ਤਾਂ ਇਸ ਤੋਂ ਅੱਗੇ ਸਾਡੀ ਸਪੀਡ ਬਣ ਜੂ। ਹੁਣ ਇੱਥੋਂ ਸਮਝ ਲਓ ਉਹ ਦੇਖ ਲਓ, ਤੁਹਾਨੂੰ ਦਿਖਦਾ ਹੋਊਗਾ ਉੱਥੇ ਤੱਕ ਜਾਣਾ। ਇੱਦਾਂ ਦੀਆਂ ਕਈ ਚੜਾਈਆਂ ਸਾਨੂੰ ਮਿਲ ਚੁੱਕੀਆਂ ਨੇ ਸਵੇਰ ਤੋਂ। ਉੱਥੇ ਚੜ੍ਹ ਜਾਂਦੇ ਆ, ਅੱਗੇ ਕੋਈ ਨਹੀਂ ਹੋਈ ਤਾਂ फिर कम खिंचा जाओ अपना। हाल चाल बहुत अच्छा है। कहाँ से आ रहे हैं? पंजाब से आ रहे हैं हम। इधर कहाँ से आ रहे हैं? अभी काठमांडू से आ रहे हैं। कैसा लगा सर आप लोगों को नेपाल? बिल्कुल अच्छा है। नेपाल तो जैसा है, यहाँ के बंदे बड़े अच्छे हैं, सब मिलते हैं, सपोर्ट करते हैं। बिल्कुल सर। साइकिलिस्ट की बहुत रिस्पेक्ट है यहाँ पर, बहुत ज़्यादा। हाँ सर। तो यहाँ तक आए हैं तो उन्हीं की सपोर्ट से आए हैं हम। ਆਪਾਂ ਥੋੜਾ ਸਾਈਡ ਤੇ ਕਰ ਲਈ ਜਿੰਦਾ। ਕੱਲ ਜੀ ਅੱਜ ਦੀ ਤਾਜੀ ਸਵੇਰ ਦੇ ਵਿੱਚ 12 ਤਰੀਕ ਅੱਜ ਦੀ ਹੈਗੀ ਆ ਤੇ ਤਕਰੀਬਨ 8 ਵੱਜ ਚੁੱਕੇ ਨੇ। 8 8:30 ਦਾ ਟਾਈਮ ਹੋ ਗਿਆ ਤੇ ਅਸੀਂ ਆਹ ਰੂਮ 'ਚ ਰੁਕੇ ਸੀ। ਮੈਂ ਇੱਥੋਂ ਸ਼ੁਰੂ ਹੁੰਦਾ ਇੱਥੇ ਹੀ ਖਤਮ ਹੋ ਜਾਂਦਾ। ਮਤਲਬ ਬੜਾ ਛੋਟਾ ਸੀ ਪਰ ਓਕੇ ਸੀਗਾ। 2 ਵਿੱਚ ਬੈੱਡ ਲੱਗੇ ਸੀਗੇ, ਲੈਟਰਿਨ ਬਾਥਰੂਮ ਸਾਰਾ ਕੁਝ ਸੀਗਾ। ਤੇ ਅਸੀਂ ਰਾਤ ਆ ਗਏ ਸੀਗੇ ਇੱਥੇ ਬਦਰੀਨਾਥ ਨਾ ਹੀ ਭੁੱਲ ਗਿਆ। ਬਦਰੀ ਬਾਸ ਇਹ ਹੈਗਾ ਬਦਰੀ ਬਾਸ ਜਗ੍ਹਾ ਦਾ ਨਾਂ। ਤੇ ਇੱਥੋਂ ਸਾਡਾ ਇੰਡੀਆ ਬਾਰਡਰ ਜਿਹੜਾ ਸਿਲੀਗੁੜੀ ਵਾਲ ਸਾਈਡ ਤੇ ਆ ਉਹ 270-80 ਕਿਲੋਮੀਟਰ ਰਹਿ ਗਿਆ। ਤੇ ਹੁਣ ਉਧਰ ਨੂੰ ਜਾ ਰਿਹਾ, ਥੱਲੇ ਬ੍ਰੇਕਫਾਸਟ ਕਰਕੇ ਅੱਗੇ ਨਿਕਲਦੇ ਆ। ਇੱਕ ਤੁਹਾਨੂੰ ਦਿਖਾਉਣਾ ਚੀਜ਼, ਇਹਨਾਂ ਦੇ ਚੱਪਲਾਂ 2 ਅਲੱਗ-ਅਲੱਗ ਕਲਰ ਦੀਆਂ ਰੱਖੀਆਂ ਨੇ ਵੀ ਜੇ ਕੋਈ ਲੈ ਕੇ ਵੀ ਜਾਊਗਾ ਤਾਂ ਉਹਦੇ ਕਿਸੇ ਕੰਮ ਦੀ ਨਹੀਂ ਹੋਣੀ, ਆਰਾਮ ਨਾਲ ਪਤਾ ਲੱਗ ਜੂਗਾ। ਇਹ ਵੀ ਇੱਕ ਟੈਕਨੀਕ ਹੈਗੀ ਆ ਵੀ ਕੋਈ ਚੀਜ਼ ਚੱਕ ਕੇ ਨਾ ਲੈ ਜਾਵੇ। ਇੱਕ ਜੇ ਚੱਪਲ ਦਾ ਕਲਰ ਇੱਧਰ ਆ, ਇਹ ਕਲਰ ਦੂਸਰੇ ਕਿਸੇ ਰੂਮ 'ਚ ਪਾਇਆ ਹੋਣਾ ਉਹਨਾਂ ਨੇ। ਅਸੀਂ ਤਕਰੀਬਨ 30 ਕਿਲੋਮੀਟਰ ਆ ਗਏ ਆ ਬਦਰੀ ਬਾਸ ਤੋਂ। ਤੇ ਰੋਡ ਇੰਨਾ ਵਧੀਆ ਹੈਗਾ ਕਿ ਰੁਕਣ ਨੂੰ ਜੀ ਨਹੀਂ ਕਰ ਰਿਹਾ ਜਮਾਂ ਹੀ। ਤੁਸੀਂ ਸੋਚਦੇ ਆ ਨਹੀਂ ਯਾਰ ਹੋਰ ਅੱਗੇ। ਦੂਸਰਾ ਇੱਥੇ ਕੋਈ ਖਾਣ ਨੂੰ ਲੱਗਿਆ ਵੀ ਨਹੀਂ ਸਾਨੂੰ ਕੋਈ ਬਹੁਤ ਵਧੀਆ। 2-3 ਜਗ੍ਹਾ ਦੇਖਿਆ ਸੀ, ਉੱਥੇ ਉਹ ਪਕੌੜੇ ਜੇ ਤੇ ਸਮੋਸੇ ਵਗੈਰਾ ਤਲੀ ਜਾਂਦੇ ਸੀ। ਅਸੀਂ ਕਹਿੰਦੇ ਸਾਡੇ ਸਫ਼ਰ ਵਾਸਤੇ ਉਹ ਚੀਜ਼ ਢੁਕਵੀਂ ਨਹੀਂ ਹੈਗੀ। ਆ ਹੁਣ ਅੱਗੇ ਇੱਕ ਧਨੁਸ਼ ਡਿਜ਼ਾਈਨ ਬਣਾ ਰਹੇ ਨੇ, ਹੋ ਸਕਦਾ ਇੱਥੇ ਕੁਝ ਸਾਨੂੰ ਖਾਣ ਨੂੰ ਮਿਲ ਜੇ। ਤੇ ਓਵਰਆਲ ਜਿਹੜਾ ਹੈਗਾ ਅੱਜ ਦੀ ਸਪੀਡ ਸਾਡੀ ਜਮਾਂ ਹੀ ਉਹੋ ਜਿਹੀ ਹੋ ਗਈ ਜੋ ਨੇਪਾਲ 'ਚ ਐਂਟਰ ਕਰਨ ਤੋਂ ਪਹਿਲਾਂ ਸੀਗੀ ਇੰਡੀਆ 'ਚ। ਮਤਲਬ 25-22 ਇੰਨੀ ਸਪੀਡ ਤੇ ਜਾ ਰਹੇ ਹਾਂ ਅਸੀਂ, ਕਿਉਂਕਿ ਰੋਡ ਬੜਾ ਸਾਥ ਦੇ ਰਿਹਾ, ਹਵਾ ਵੀ ਸਾਥ ਦੇ ਰਹੀ ਆ। ਤੇ ਹੁਣ ਕਿਤੇ ਖਾਣ ਪੀਣ ਦੀ ਜਗ੍ਹਾ ਲੱਭ ਕੇ ਨਾ ਫਿਰ ਥੋੜਾ ਰੁਕ ਕੇ ਗੱਲ ਕਰਾਂ ਵੀ ਕਿਹੜੇ ਸ਼ਹਿਰ ਅਸੀਂ ਟੱਪਿਆ ਏ, ਕਿਹੜੇ ਰਹਿੰਦੇ ਨੇ। ਹਜੇ ਕੁਝ ਨਹੀਂ ਹੋ ਸਕਦਾ। आपका नाम पुष्पा? रुकेगा नहीं पुष्पा। इंडिया आना हो तो जरूर कांटेक्ट करना हमारे साथ। आपका चैनल का नाम क्या है? जरूर आना, जरूर आएंगे। हमें जरूर याद करना। ओके। ਅਸੀਂ ਇੱਥੇ 25 ਕਿਲੋਮੀਟਰ ਅਲੱਗ ਸਾਈਡ ਤੇ ਆ ਗਏ ਸੀਗੇ। थैंक यू। हाँ, टच में रहना, ठीक है? ठीक है, बहुत अच्छा लगा, दिल से खुश हुआ। थैंक यू, शुक्रिया। थैंक यू। ਅਸੀਂ ਜਾ ਰਹੇ ਸੀ ਜਿਹੜੇ ਰੂਟ ਇੰਨਾ ਵਧੀਆ ਸੀ ਕਿ ਅਸੀਂ ਚੱਕੀ ਗਏ। ਅਸੀਂ ਗੱਲਾਂ ਕਰਦੇ ਆ ਰਹੇ ਯਾਰ ਕਿੰਨੀ ਸਪੀਡ ਆ, 22 ਕਿਲੋਮੀਟਰ 23 ਕਿਲੋਮੀਟਰ ਦੀ ਸਪੀਡ। ਅਸੀਂ ਖਿੱਚੀ ਗਏ, ਗੱਲਾਂ ਕਰਦੇ ਹੱਸਦੇ ਮਖੌਲ ਕਰਦੇ ਆ ਗਏ। ਫਿਰ ਸਾਨੂੰ ਭੁੱਖ ਲੱਗੀ, ਅਸੀਂ ਕਿਹਾ ਚੱਲ ਯਾਰ ਕੋਈ ਖਾ ਲਈਏ। ਲੱਭੀ ਗਏ, ਕੁਝ ਖਾਣ ਨੂੰ ਮਿਲਿਆ। ਪਤਾ ਲੱਗਿਆ ਕਿ ਇੱਥੇ ਜਿਹੜਾ ਹੈਗਾ ਸ਼ਨੀਵਾਰ ਛੁੱਟੀ ਹੁੰਦੀ ਆ, ਸ਼ਨੀਵਾਰ ਸੰਡੇ ਹੁੰਦਾ। ਚਲੋ ਫਿਰ ਵੀ ਕਰਦੇ ਤੇ ਹੋਇਆ ਕਿ ਉੱਥੇ ਇੱਕ ਬੰਦਾ ਸਾਨੂੰ ਫੇਸਬੁੱਕ ਤੇ ਕੱਲ ਰਾਤ ਫੋਨ ਆਇਆ ਸੀ ਉਹਦਾ, ਤੇ ਪੁਸ਼ਪਾ ਨਾਂ ਉਹਦਾ। ਤੇ ਕਹਿੰਦੇ ਕਿੱਥੇ ਹੋ ਸੀ? ਅਸੀਂ ਕਿਹਾ ਵੀ ਐਂ ਕਰਕੇ ਇੱਥੇ ਕਹਿੰਦਾ ਜਨਕਪੁਰੀ ਸੀ ਆਉਣਾ। ਅਸੀਂ ਕਿਹਾ ਨਹੀਂ ਆਉਣਾ ਜਨਕਪੁਰੀ ਤਾਂ। ਅਸੀਂ ਜਲਾਦਪੁਰ ਜਿਹੜਾ ਹੈਗਾ ਉਹ ਪਾਰ ਕਰ ਰਹੇ ਹਾਂ, ਜਲਾਦਪੁਰ। ਤੇ ਇੱਧਰ ਨੂੰ ਜਾ ਰਹੇ ਹਾਂ, ਇੱਧਰ ਨੂੰ। ਨਿਕਲੇ ਨੂੰ ਸਾਨੂੰ 3-4 ਦਿਨ ਹੋ ਗਏ। ਪੂਰੀ ਸਟੋਰੀ ਤੁਹਾਨੂੰ ਦੱਸ ਦਿੰਦੇ ਆ। ਉਹ ਥੋੜਾ ਜਿਹਾ ਲਿੰਕ ਮਿਸ ਹੋ ਗਏ ਕਈ। ਕਾਠਮਾਂਡੂ ਤੋਂ ਅਸੀਂ ਚੱਲੇ ਸੀ ਮੁਲਕੋਟ ਤੱਕ। ਮੁਲਕੋਟ ਅਸੀਂ ਰਾਤ ਰਹੇ ਸੀ ਤੇ ਮੁਲਕੋਟ ਤੋਂ ਅਗਲੀ ਸਵੇਰੇ ਫੇਰ ਚੱਲ ਪਏ।
ਮੁਲਕੋਟ ਤੋਂ ਨਿਕਲਣ ਸਾਰੇ ਚੜ੍ਹਾਈ ਸ਼ੁਰੂ ਹੋ ਗਈ ਸੀ ਤਕਰੀਬਨ ਕਿਲੋਮੀਟਰ ਕੁ ਬਾਅਦ ਹੈ। ਉਹ ਚੜ੍ਹਾਈ ਫਿਰ ਕੰਟੀਨਿਊ ਰਹੀ 30 ਕਿਲੋਮੀਟਰ ਤੱਕ ਕੋਈ ਚੜ੍ਹਾਈ ਚੱਲਦੀ ਰਹੀ ਉਹ 30 ਕਿਲੋਮੀਟਰ ਤੱਕ। ਤੇ 30 ਕਿਲੋਮੀਟਰ ਬਾਅਦ ਕਿਤੇ ਕਿਤੇ ਹੌਲੀ ਹੌਲੀ ਡਾਊਨ ਹੁੰਦੀ, ਫਿਰ ਚੜ੍ਹਾਈ ਚੜ੍ਹਦੇ ਅਸੀਂ ਕਿਵੇਂ ਨਾ ਕਿਵੇਂ 40 ਕਿਲੋਮੀਟਰ ਕੱਢਿਆ ਉੱਦਾਂ। ਉਸ ਤੋਂ ਬਾਅਦ ਇਹ ਉਦੋਂ ਡਾਊਨ ਹੀ ਹਿਲਾਈ ਤੀ ਨਾ ਪੂਰੀ, ਜਿੱਦਣ ਆਪਾਂ 40 ਤੋਂ ਬਾਅਦ ਤਾਂ ਫਿਰ ਡਾਊਨ ਹੀ ਚੱਲਿਆ ਕੰਮ। 50-60 ਕਿਲੋਮੀਟਰ ਪੂਰੀ ਡਾਊਨ ਹਿਲਾ, ਜਿੱਥੇ ਉਹ ਵੀਡੀਓ ਜੀ ਆ ਮੈਂ ਕੈਮਰਾ ਜਾਂ ਮੂਹਰੇ ਲਾਇਆ ਹੋਇਆ ਉਹ ਪਾਰਟ ਆ ਉਹ, ਉੱਥੇ ਤੱਕ ਪੂਰਾ ਡਾਊਨ ਚੱਲਿਆ ਕੰਮ। 90 ਕਿਲੋਮੀਟਰ ਕੱਢ ਲਏ ਸੀ ਉਧਰ। ਹਾਂ ਇਹ ਅਸੀਂ ਰੁਕੇ ਸੀ ਉਦੋਂ। ਫਿਰ ਕਿੱਥੇ ਰੁਕੇ ਸੀ? ਨਹੀਂ ਮੁਲਕੋਟ ਤੋਂ ਬਾਅਦ ਤਾਂ ਬਦਰੀ ਸੀ ਨਾ, ਬਦਰੀ ਪਾਸ ਸਿੱਧਾ ਰੁਕਿਆ। ਹਾਂ ਮੁਲਕੋਟ ਤੋਂ ਅਸੀਂ ਰੁਕੇ ਹੀ ਨਹੀਂ ਕਿਤੇ, ਤੇ ਡਾਊਨ ਹਿੱਲ ਹੁੰਦੇ ਹੁੰਦੇ ਉਹ ਤੋਂ ਅਗਲੇ ਦਿਨ ਜਿਹੜੀ ਚੜ੍ਹਾਈ ਤੀ ਉਹ ਇਹ ਤੋਂ ਵੀ ਜ਼ਿਆਦਾ ਤਿੱਖੀ ਸੀ, 13-14 ਕਿਲੋਮੀਟਰ ਦੀ। ਖੁਰਕੋਟ ਤੋਂ ਜਿਹੜਾ ਸੰਧੌਲੀ ਵਾਲਾ ਪਾਰਟ ਹੈ ਉਹ ਸਭ ਤੋਂ ਜ਼ਿਆਦਾ ਔਖਾ ਸੀ, ਉਸ ਤੋਂ ਪਹਿਲਾਂ ਵਾਲਾ ਸੌਖਾ ਸੀ। ਤੇ ਜਦੋਂ ਅਸੀਂ ਖੁਰਕੋਟ ਵੱਲ ਵੱਧ ਰਹੇ ਸੀ ਤਾਂ ਖੁਰਕੋਟ ਤਾਂ ਅਸੀਂ 5 ਕਿਲੋਮੀਟਰ ਉੱਪਰ ਚੜ੍ਹੇ ਹੋਵਾਂਗੇ। ਕੁਦਰਤੀ ਅਸੀਂ ਪਾਣੀ ਪੂਣੀ ਵਾਸਤੇ ਲਾਇਆ ਹੋਇਆ ਸੀ, ਆਪਣਾ ਸਾਈਕਲ ਸਾਈਡ ਤੇ ਲਾਇਆ ਹੋਇਆ ਸੀ। ਕੋਲ ਸਾਡੇ ਤਿੰਨ ਮੁੰਡੇ ਜੇ ਸੀ ਹਲਕੀ ਜਿਹੀ ਉਮਰ ਦੇ, ਕੋਲੇ ਲੰਘੇ, ਉਹਨਾਂ ਨੇ ਗਾਹਾਂ ਜਾ ਕੇ ਰੋਕ ਲਈ। ਪਿਕਅਪ ਸੀ ਉਹਨਾਂ ਕੋਲ, ਮਹਿੰਦਰਾ ਪਿਕਅਪ। ਪੁੱਛਣ ਪਾਛਣ ਲੱਗ ਗਏ, ਅਸੀਂ ਦੱਸਿਆ ਉਹਨਾਂ ਨੂੰ ਮਿਸ਼ਨ ਸੁਣ ਕੇ ਬਹੁਤ ਉਹ ਖੁਸ਼ ਹੋਏ ਵੀ ਤੁਸੀਂ ਸਾਡੀ ਕੰਟਰੀ 'ਚ ਇੱਦਾਂ ਆ ਰਹੇ ਹੋ, ਅਵੇਅਰ ਕਰਨ ਵਾਸਤੇ ਆ ਰਹੇ ਹੋ। ਚੰਗੇ ਦਿਲ ਵਾਲੇ ਸੀ, ਸਾਰੀ ਨੇਕ ਦਿਲ ਸੀ ਬੰਦੇ ਉਹ। ਤੇ ਉਹਨਾਂ ਨੇ ਪਾਣੀ ਪੂਣੀ ਵੀ ਦਿੱਤਾ। ਫਿਰ ਉਹਨਾਂ ਨੇ ਸਾਨੂੰ ਆਫਰ ਕੀਤੀ ਵੀ ਅੱਗੇ ਜਿਹੜੀ ਚੜ੍ਹਾਈ ਆ ਬਹੁਤ ਜ਼ਿਆਦਾ ਤਿੱਖੀ ਆ, ਉਹ 13 ਕਿਲੋਮੀਟਰ ਹੋਰ ਐਵੇਂ ਤਿੱਖੀ ਆ ਵੀ ਥੋਤੋਂ ਪਹੁੰਚ ਨਹੀਂ ਹੋਣਾ ਸ਼ਾਮ ਤੱਕ। ਸਾਨੂੰ ਵੀ ਨਹੀਂ ਪਤਾ ਸੀ ਵੀ ਇੰਨੀ ਤਿੱਖੀ ਹੋਊਗੀ, ਉਹ ਗੱਡੀ 'ਚ ਬੈਠਣ ਤੋਂ ਬਾਅਦ ਹੀ ਪਤਾ ਲੱਗਿਆ। ਚਲੋ ਅਸੀਂ ਸੋਚਿਆ, ਵੈਸੇ ਅਸੀਂ ਕੋਈ ਰਿਕੁਐਸਟ ਵੀ ਨਹੀਂ ਕੀਤੀ ਉਹਨਾਂ ਨੂੰ, ਉਹਨਾਂ ਨੇ ਆਪ ਹੀ ਆਫਰ ਕੀਤਾ ਸੀ। ਲਓ ਜੀ ਅਸੀਂ ਉਹਨਾਂ ਦੀ ਗੱਡੀ 'ਚ ਬੈਠ ਗਏ। ਗੱਡੀ 'ਚ ਬੈਠ ਕੇ ਉਹਨਾਂ ਨੇ ਆਉਣਾ ਸੀ ਲਾਹਾਨ ਵੱਲ। ਉਹ ਕਹਿੰਦੇ ਕਿੱਥੇ ਉਤਰਨਾ ਤੁਸੀਂ? ਅਸੀਂ ਕਿਹਾ ਵੀ ਜਿੱਥੋਂ ਆਪਣਾ ਚੜ੍ਹਾਈ ਇਹ ਖਤਮ ਹੋ ਜੂਗੀ ਨਾ ਵੀ ਉੱਥੇ ਤੁਸੀਂ ਲਾ ਦਿਓ, ਗਾਹਾਂ ਫਿਰ ਡਾਊਨ ਹਿੱਲ ਆ ਬਰਦਵਾਸ ਤੱਕ ਵੀ ਉੱਥੇ ਤੱਕ ਅਸੀਂ ਚਲੇ ਆਵਾਂਗੇ। ਉਹ ਕਹਿੰਦੇ ਬਰਦਵਾਸ ਤੱਕ ਤਾਂ ਅਸੀਂ ਵੈਸੇ ਵੀ ਜਾਣਾ, ਕਹਿੰਦੇ ਉੱਥੇ ਛੱਡ ਦਿੰਦੇ ਆ ਤੁਹਾਨੂੰ। ਅਸੀਂ ਕਿਹਾ ਚਲੋ ਠੀਕ ਆ, ਉੱਥੇ ਛੱਡ ਦਿਓ। ਤਾਂ ਅਸੀਂ ਉਹਨਾਂ ਨਾਲ ਬਰਦਵਾਸ 'ਚ ਉਹ ਜਿਹੜੀ ਫੇਸਬੁੱਕ 'ਤੇ ਫੋਟੋ ਪਾਈ ਹੋਈ ਆ ਨਾ, ਦੋ ਜਣੇ ਖੜੇ ਨੇ, ਦੋਨੇ ਅਸੀਂ ਖੜੇ ਆ, ਤਾਂ ਉਹ ਮੁੰਡੇ ਨੇ। ਬਰਦਵਾਸ ਤੱਕ ਅਸੀਂ ਐਵੇਂ ਆਏ। ਤੇ ਬਰਦਵਾਸ ਅਸੀਂ ਪਿਛਲੀ ਰਾਤ ਆ ਗਏ ਸੀ। ਬਰਦਵਾਸ ਤੋਂ ਸਵੇਰ ਤੱਕ ਹੁਣ ਤੁਸੀਂ ਦੱਸੋ। ਤੇ ਬਰਦਵਾਸ ਅਸੀਂ ਰੂਮ ਲੈ ਲਿਆ, ਉੱਥੇ ਰੁਕ ਗਏ। ਤੁਹਾਨੂੰ ਦਿਖਾਇਆ ਸੀ ਛੋਟਾ ਜਿਹਾ ਰੂਮ ਸੀਗਾ, ਛੋਟੇ ਛੋਟੇ ਬੈੱਡ ਸੀ। ਆਪਣੀ ਰਾਤ ਵਧੀਆ ਨਿਕਲ ਗਈ। ਉੱਥੋਂ ਫਿਰ ਅਸੀਂ ਤੁਰੇ, ਰੋਡ ਇੰਨਾ ਸ਼ਾਨਦਾਰ, ਮਤਲਬ ਅਸੀਂ ਇਹ ਸਮਝ ਲਓ ਕਿ ਸਾਡੀ 22-25 ਦੀ ਸਪੀਡ ਹੋ ਗਈ ਸੀਗੀ। ਬੜੀ ਦੇਰ ਬਾਅਦ ਸਾਨੂੰ ਐਂ ਲੱਗਿਆ ਯਾਰ ਅੱਜ ਖੁੱਲ੍ਹ ਕੇ ਚੱਲ ਰਿਹਾ ਸਾਡਾ ਰੌਕਟ। ਇਹ ਗੱਲਾਂ ਕਰਦੇ ਗਏ, ਰੋਡ ਦੀਆਂ ਗੱਲਾਂ ਕਰਦੇ ਰਹੇ, ਬੜਾ ਮਜ਼ਾ ਆਇਆ। ਸਪੀਡ ਸੋਹਣੀ ਸੀ। ਉਹ ਕਰਦੇ ਕਰਦੇ ਅਸੀਂ ਇੰਨਾ ਅੱਗੇ ਨਿਕਲ ਗਏ ਕਿ ਅਸੀਂ 25 ਕਿਲੋਮੀਟਰ ਰੋਂਗ ਸਾਈਡ ਨੂੰ ਚਲੇ ਗਏ। ਹੁਣ ਹੋਇਆ ਕੀ, ਉਹ 25 ਕਿਲੋਮੀਟਰ ਦੇ ਕੀ ਕਹਾਣੀ ਆ। ਇੱਕ ਹੈਗੇ ਨੇ ਸਾਨੂੰ ਨਾ ਕੱਲ੍ਹ ਰਾਤ ਜਦੋਂ ਅਸੀਂ ਬਰਦੀਬਾਤ ਹੋਟਲ 'ਚ ਸੀਗੇ, ਇੱਕ ਕਾਲ ਆਈ ਸੀ ਫੇਸਬੁੱਕ ਤੋਂ, ਕਹਿੰਦੇ ਐਂ ਕਰਕੇ ਮੈਂ ਤੁਹਾਨੂੰ ਮਿਲਣਾ ਸੀਗਾ ਕਿ ਤੁਸੀਂ ਕੀ ਅੱਗੇ ਜਨਕਪੁਰੀ ਆ ਸਕਦੇ ਹੋ। ਅਸੀਂ ਕਿਹਾ ਉਹ ਤਾਂ ਸਾਡੇ ਰੂਟ 'ਚ ਹੀ ਹੈ ਨਹੀਂ, ਉਹ ਤਾਂ ਅਸੀਂ ਇੱਧਰ ਨੂੰ ਜਾਣਾ, ਜਨਕਪੁਰੀ ਤੇਰੀ ਇੱਧਰ ਨੂੰ ਆ। ਕਿਹਾ ਦੇਖ ਲਓ ਜੇ ਆ ਸਕਦੇ ਹੋ ਤਾਂ ਮੇਰਾ ਬੜਾ ਮਨ ਕਰਦਾ ਹੀ ਮਿਲਣ ਨੂੰ। ਨਹੀਂ ਕਿਹਾ ਨਹੀਂ ਹੋ ਨਹੀਂ ਸਕਦਾ ਹੁਣ। ਅਸੀਂ ਉਹ ਚਲੋ ਹੋ ਗਈ ਖਤਮ ਗੱਲ। ਤੇ ਸਵੇਰੇ ਜਦੋਂ ਅਸੀਂ ਚੱਲੇ, ਜਿਹੜਾ ਰੋਂਗ ਸਾਈਡ ਦੀ ਗੱਲ ਕੀਤੀ, ਤੁਸੀਂ ਦੇਖੋ ਕਿਵੇਂ ਉਹ ਸਬੱਬ ਬਣਿਆ ਕਿ ਅਸੀਂ 25 ਕਿਲੋਮੀਟਰ ਰੋਂਗ ਸਾਈਡ ਤੇ ਗਏ। ਔਰ ਜਿਹੜੀ ਜਗ੍ਹਾ ਅਸੀਂ ਰੁਕ ਕੇ ਦੇਖਣ ਲੱਗੇ ਵੀ ਕਿੱਥੇ ਆ ਖਾਣਾ ਪੀਣਾ, ਉੱਥੇ ਹੀ ਉਹ ਬੰਦਾ ਖੜਾ ਸੀ, ਪੁਸ਼ਪਾ ਨਾਂ ਉਹਦਾ। ਤੇ 4 ਬੰਦੇ ਸੀਗੇ, 4 ਸਾਈਕਲਿਸਟ ਸੀਗੇ। ਉਹ ਆਏ ਸੀਗੇ ਕਾਠਮੰਡੂ ਤੋਂ, ਵਿਆਹ ਦੇਖਣ ਆਏ ਸੀ ਇੱਥੇ। ਕਾਠਮੰਡੂ ਤੋਂ ਉਰੇ ਦੇਖਣ ਵਿਆਹ, ਸਾਈਕਲ ਦਾ ਚੱਲਣ ਜ਼ਿਆਦਾ ਨਾ ਇੱਥੇ। ਉਹ ਕਹਿੰਦਾ ਯਾਰ ਤੁਸੀਂ ਇੱਥੇ ਕਿੱਥੇ? ਮੈਂ ਤਾਂ ਤੁਸੀਂ ਤਾਂ ਮੈਨੂੰ ਕਹਿੰਦਾ ਆਉਣਾ ਨਹੀਂ। ਇਹ ਕਿਹਾ ਦੇਖੋ ਪਤਾ ਨਹੀਂ ਕੁਦਰਤ ਕਿਵੇਂ ਲੈ ਆਈ। ਅਸੀਂ ਉੱਥੋਂ 25 ਕਿਲੋਮੀਟਰ ਗਏ, ਉੱਥੇ ਉਹਨਾਂ ਨੇ ਖਾਣਾ ਵੀ ਖਵਾਇਆ ਤੇ ਉੱਥੋਂ ਸਾਨੂੰ ਇੱਕ ਗੱਡੀ ਵੀ ਕਰਕੇ ਦਿੱਤੀ। ਕਹਿੰਦੀ ਹੁਣ 25 ਕਿਲੋਮੀਟਰ ਤੁਸੀਂ ਵਾਪਸ ਉੱਥੇ ਹੀ ਜਾਓ ਜਿੱਥੋਂ ਰੋਂਗ ਸਾਈਡ ਸ਼ੁਰੂ ਹੋਏ ਸੀ, ਤਾਂ ਕਿ ਤੁਹਾਡਾ ਟ੍ਰਿਪ ਉਵੇਂ ਹੀ ਚੱਲਦਾ ਰਹੇ ਜੇ। ਅਸੀਂ ਫਿਰ 25 ਕਿਲੋਮੀਟਰ ਵਾਪਸ ਆਏ। ਤੁਸੀਂ ਦੇਖੋ ਸਾਡਾ 50 ਕਿਲੋਮੀਟਰ ਆਏ ਅਪ ਡਾਊਨ ਉਹਦੇ ਵਾਸਤੇ। ਮਤਲਬ ਸਾਨੂੰ ਤਾਂ ਐਂ ਲੱਗਿਆ ਵੀ ਅਸੀਂ ਸਪੈਸ਼ਲ ਉਹਨੂੰ ਮਿਲਣ ਗਏ ਸੀ, ਕੋਈ ਪਲਾਨ ਨਹੀਂ ਸੀ, ਬਸ ਇੱਦਾਂ ਹੀ ਹੋ ਗਿਆ। ਐਂ ਕਈ ਵਾਰੀ ਚਮਤਕਾਰ ਵੀ ਹੋ ਜਾਂਦੇ ਨੇ। ਤੇ ਉੱਥੋਂ ਹੁਣ ਜਦੋਂ ਅਸੀਂ ਵਾਪਸ ਆਏ, ਉੱਥੋਂ ਹੁਣ ਜਿਹੜੇ ਸਹੀ ਰਸਤੇ ਆ ਰਹੇ ਆ, ਤਾਂ ਹੁਣ ਕਹਿ ਲਓ ਮਸਾਂ ਅਸੀਂ ਕੋਈ
20 ਕਿਲੋਮੀਟਰ ਮਸਾਂ ਪਹੁੰਚੇ ਹੋਵਾਂਗੇ। ਹੁਣ ਇੱਥੋਂ ਅਸੀਂ ਇੰਡੀਆ ਦੇ ਬਾਰਡਰ ਦੇ ਨਾਲ ਜਾਈ ਜਾ ਰਹੇ ਹਾਂ, ਅੱਗੇ ਸਾਡਾ 150 ਕਿਲੋਮੀਟਰ ਦਾ 200 ਕਿਲੋਮੀਟਰ ਦਾ ਸਫ਼ਰ ਹੋ ਰਹੇਗਾ ਜਦੋਂ ਅਸੀਂ ਬਾਰਡਰ 'ਚ ਐਂਟਰ ਕਰਾਂਗੇ, ਫਿਰ ਸਿਲੀਗੁੜੀ ਐਂਟਰ ਕਰਾਂਗੇ। ਗੱਲ ਕੀ ਆ ਵੀ ਰੱਬ ਜਿੱਥੇ ਦਾਣਾ ਪਾਣੀ ਲਿਖਦਾ ਨਾ, ਤਾਂ ਅੱਜ ਸਾਨੂੰ ਇਹ ਗੱਲ ਐਕਸਪੈਰੀਮੈਂਟ ਕੀ ਪ੍ਰੈਕਟੀਕਲ ਹੋਇਆ ਵੀ ਜਿੱਥੇ ਦਾਣਾ ਪਾਣੀ ਹੁੰਦਾ ਉਹ ਕਿਸੇ ਨਾ ਕਿਸੇ ਬਹਾਨੇ ਹੋ ਕੇ ਹੀ ਰਹਿਣਾ ਹੈ। ਜਿਹੜਾ ਰੋਡ ਅਸੀਂ ਗਲਤ ਮੁੜੇ ਆ, ਪੁੱਛਿਆ ਵੀ ਇੱਕ ਬੰਦੇ ਤੋਂ ਵੀ ਆਹ ਲਹਾਨ ਨੂੰ ਜਾਂਦਾ ਹੈ, ਉਹਨੇ ਆਪਣੀ ਜਾਨ 'ਚ ਪਤਾ ਨਹੀਂ ਕਿਵੇਂ ਕਿੱਧਰ ਨੂੰ ਬਾਂਹ ਕੀਤੀ, ਅਸੀਂ ਵੀ ਉਹਨੇ ਖਿੱਚਦਾ ਵੀ ਚੱਲ ਸਿੱਧਾ ਹੀ ਆ ਕੰਮ ਇੱਧਰ ਨੂੰ। ਚਲੋ ਬੰਦੇ ਚੰਗੇ ਸੀ, ਉਹਨਾਂ ਕੋਲ ਜਾ ਕੇ ਅਸੀਂ ਰੋਟੀ ਪਾਣੀ ਖਾਣਾ ਸੀ, ਫਿਰ ਉਹਨੇ ਗੱਡੀ ਕਰਕੇ ਦਿੱਤੀ, ਗੱਡੀ ਦੇ ਪੈਸੇ ਵੀ ਦਿੱਤੇ। ਰੋਟੀ ਦੇ ਵੀ ਪੈਸੇ ਦਿੱਤੇ, ਗੱਡੀ ਦੇ ਵੀ ਪੈਸੇ ਦਿੱਤੇ ਉਹਨੇ। ਰਾਤ ਫੋਨ ਆਇਆ ਸੀ ਉਹ ਬੰਦਿਆਂ ਦਾ, ਹਾਂ ਜਾਣੀ ਆਇਆ ਵੀ ਵਰਲਡ ਟੂਰ 'ਚ ਇਹੋ ਜਿਹੀਆਂ ਗੱਲਾਂ ਛੋਟੀਆਂ ਹੁੰਦੀਆਂ ਰਹਿੰਦੀਆਂ ਨੇ। ਪਰ ਜਦ ਇਹਨਾਂ ਨੂੰ ਫੀਲ ਕਰੀਦਾ ਨਾ, ਉਹ ਅਸੀਂ ਉਹ ਮਤਲਬ ਕਿ ਐਂ ਹੁੰਦਾ ਵੀ ਇੱਕ ਤਾਂ ਸਾਡੇ ਨਾਲ ਕੱਲ ਹੋਇਆ ਐਵੇਂ, ਜਦੋਂ ਮੁੰਡੇ ਜਿਹੜੇ ਸਾਨੂੰ ਉੱਪਰ ਮਿਲੇ ਸੀ, ਤੇ ਉਵੇਂ ਹੀ ਅੱਜ 2 ਦਿਨ ਲਗਾਤਾਰ ਸਾਡੇ ਨਾਲ ਐਂ ਹੋ ਰਿਹਾ ਹੈ, ਪਤਾ ਹੀ ਨਹੀਂ, ਅਸੀਂ ਬਸ ਤੁਰ ਪੈਂਦੇ ਹਾਂ, ਪਤਾ ਹੀ ਨਹੀਂ ਕੀ ਹੋ ਜਾਂਦਾ ਰਸਤੇ 'ਚ, ਕਿੱਧਰ ਕਿਹਨੂੰ ਮਿਲਦੇ। ਇਹ ਮੁੰਡੇ ਸਾਨੂੰ ਉੱਪਰ ਵੀ ਕਹਿੰਦੇ ਅਸੀਂ ਇੱਕ ਦਿਨ ਤੋਂ ਪਹਿਲਾਂ ਨਿਕਲੇ ਆ। ਹਾਂ, ਜਿਹੜੇ ਜਿਨ੍ਹਾਂ ਨੇ ਰੋਟੀ ਖਿਲਾਈ ਆ ਸਾਨੂੰ, ਇਹ ਕਹਿੰਦੇ ਅਸੀਂ ਇੱਕ ਦਿਨ ਪਹਿਲਾਂ, ਇਹ ਵੀ ਸਾਈਕਲਾਂ ਤੇ ਹੀ ਸੀ, ਇਹ ਉੱਪਰੇ ਨੇ, ਇਹ ਸਾਨੂੰ ਦੱਸਣ ਲੱਗੇ, ਕਹਿੰਦੇ ਅਸੀਂ ਤੁਹਾਨੂੰ ਦੇਖਦੇ ਸੀ ਪਰ ਕੀ ਪਤਾ ਜੀ ਇੱਥੇ ਆ ਕੇ ਇਹਨਾਂ ਕੋਲ ਰੋਟੀ ਖਾਣੀ ਆ। ਤਾਂ ਕਰਕੇ ਰੱਬੀ ਸਬੱਬੀ ਮੇਲੇ ਆਏ ਹੁੰਦੇ ਨੇ। ਕਿ ਫੇਸਬੁੱਕ ਜਿਹੜੀ ਹੈਗੀ ਆ ਉਹ ਬਹੁਤ ਕੰਮ ਕਰਦੀ ਆ। ਫੇਸਬੁੱਕ ਤੋਂ ਲੋਕ ਬਹੁਤ ਫੋਲੋ ਕਰ ਰਹੇ ਆ। ਸਾਨੂੰ ਸਕੂਟਰ ਵਾਲਾ ਰਸਤੇ ਮਿਲਿਆ ਮੋਟਰਸਾਈਕਲ ਤੇ, ਉਹ ਕਹਿੰਦੇ ਮੈਂ ਤੁਹਾਨੂੰ ਕਾਠਮੰਡੂ ਦੇਖਿਆ ਸੀਗਾ, ਅੱਜ ਤੁਸੀਂ ਇੱਥੇ ਫਿਰਦੇ ਹੋ, ਕਹਿੰਦਾ ਤੁਹਾਡਾ ਇਹ ਰੂਟ ਤਾਂ ਹੈ ਨਹੀਂ, ਜਾਣਾ ਕਿੱਧਰ ਨੂੰ ਆ। ਮਤਲਬ ਉਹ ਵੀ ਸਾਨੂੰ ਫੇਸਬੁੱਕ ਤੋਂ ਫੋਲੋ ਕਰ ਰਹੇ, ਜਦੋਂ ਕਿ ਉਹ ਸਾਈਕਲਿਸਟ ਨਹੀਂ ਸੀਗਾ। ਫੇਸਬੁੱਕ ਦਾ ਐਂ ਸਾਨੂੰ ਫਾਇਦਾ ਮਿਲ ਜਾਂਦਾ, ਅੱਗੇ ਉਹ ਕਿਤੇ ਲੋੜ ਪੈਂਦੀ ਆ ਤਾਂ ਖੜੇ ਹੁੰਦੇ ਆ ਬੰਦੇ ਸਾਨੂੰ ਲੈਣ ਵਾਸਤੇ। ਇੱਥੇ ਅਸੀਂ ਰੁਕੇ ਸੀਗੇ। ਹੁਣ ਥੋੜਾ ਜਿਹਾ ਸਾਨੂੰ ਨਾ ਆਹ ਚੀਜ਼ ਚੰਗੀ ਲੱਗੀ, ਇੱਥੇ ਦੇਖੋ ਨਾ ਮਿੱਟੀ ਦੇ ਕੋ ਬਣਾ ਰਹੇ ਨੇ, ਉਹ ਬੁੱਤ ਵਗੈਰਾ ਬਣਾ ਰਿਹਾ ਕੋਈ। ਇਹ ਕਿਹਾ ਚੱਲਣਾ ਤਾਂ ਗੱਲਬਾਤ ਥੋੜ੍ਹਾ ਨਾਲ ਕਰ ਲਈਏ ਸਾਰੀ, ਨਾਲੇ ਉਹ ਬੁੱਤ ਦਿਖਾਈਏ ਕੀ ਬਣਾ ਰਹੇ ਨੇ, ਬੜਾ ਨੇੜੇ ਜਾ ਕੇ ਦੇਖਦੇ ਆ ਕੀ ਆ ਉਹ। ਇਹ ਤੁਹਾਨੂੰ ਦੇਖੋ, ਤੁਹਾਨੂੰ 70 ਕਿਲੋਮੀਟਰ ਦਿਖਾ ਰਿਹਾ ਹੋਊਗਾ, ਐਕਚੁਅਲੀ 70 ਦੇ ਵਿੱਚੋਂ 50 ਕਿਲੋਮੀਟਰ ਲੈਸ ਕਰ ਦਿਓ, 30 ਕਿਲੋਮੀਟਰ ਹੋਏ। ਅਸੀਂ ਆਪੇ ਰੂਮ ਤੋਂ ਅਸਲ 'ਚ ਸਹੀ ਡਾਇਰੈਕਸ਼ਨ ਨੂੰ 30 ਕਿਲੋਮੀਟਰ ਹੀ ਆਏ ਆ। 50 ਕਿਲੋਮੀਟਰ ਤਾਂ ਉਹ ਰੌਂਗ ਹੀ ਸੀਗਾ, 25 ਗਏ 25 ਵਾਪਸ ਆਏ। ਤੇ ਇੱਧਰੋਂ ਅਸੀਂ ਆ ਰਹੇ ਆ ਮੂਲਕੋਟ ਜਿਹੜਾ ਸੀਗਾ, ਜਿੱਥੇ ਆਪਾਂ ਮੂਲਕੋਟ ਕਹਤਾ, ਜਿਹੜਾ ਬਦਰੀ ਬਾਤ ਤੋਂ ਇੱਧਰੋਂ ਆਏ, ਇੱਧਰੋਂ ਆ ਕੇ ਤੇ ਹੁਣ ਅਸੀਂ ਇੱਧਰ ਨੂੰ ਜਾ ਰਹੇ ਹਾਂ, ਇੱਧਰ ਨੂੰ ਸਿਲੀਗੁੜੀ ਵੱਲ ਨੂੰ ਜਾ ਰਹੇ ਹਾਂ। ਤੇ ਅੱਗੇ 200 ਕਿਲੋਮੀਟਰ ਦੇ ਉੱਤੇ ਜਾ ਕੇ ਸਾਨੂੰ ਇੰਡੀਆ ਦਾ ਬਾਰਡਰ ਨਜ਼ਰ ਆਊਗਾ ਤੇ ਬਾਰਡਰ ਕ੍ਰਾਸ ਕਰਾਂਗੇ ਫਿਰ ਅਸੀਂ। ਤੇ ਉਹ ਸਾਹਮਣੇ ਜਿਹੜੇ ਬੁੱਤ ਦੀ ਗੱਲ ਕਰ ਰਿਹਾ ਸੀਗਾ ਤੁਹਾਨੂੰ, ਉਹ ਮੈਂ ਦੇਖਦਾ ਕੀ ਆ, ਉਹ ਨੇੜੇ ਜਾ ਕੇ ਪਤਾ ਲੱਗੂ। ਕੋਈ ਨਾ ਕਲਾਕਾਰ ਆ ਜਿਹੜਾ ਕਿ ਇੱਥੇ ਕੁਝ ਪਾਰਕ ਦੇ ਵਿੱਚ ਕੁਝ ਬਣਾਉਣ ਲੱਗਿਆ ਹੋਇਆ, ਝੰਡੇ ਵੀ ਲੱਗੇ ਹੋਏ ਨੇ। ਅਸੀਂ 40 ਕਿਲੋਮੀਟਰ ਆ ਗਏ ਆ ਉੱਥੋਂ ਬਦਰੀਬਾਸ ਤੋਂ। ਤੇ ਰੋਡ ਮਤਲਬ ਕਿ ਖਰਾਬ ਆ, ਇੱਥੇ ਕੁਝ ਬਣ ਰਿਹਾ, ਸੀਵਰੇਜ ਵਗੈਰਾ ਪੈ ਰਿਹਾ। ਪਿਛਲੇ 5-7 ਕਿਲੋਮੀਟਰ ਤੋਂ ਬਾਅਦ ਇੱਦਾਂ ਦਾ ਹੀ ਰੋਡ ਹੈ। ਬਾਈ ਹੌਲੀ ਜਾਈ ਜਾਂਦੇ ਆ, ਹੋਰ ਕੋਈ ਇਲਾਜ ਨਹੀਂ, ਹੌਲੀ ਚੱਲਾਂਗੇ ਅੱਗੇ। ਇਹ ਨੇ ਜੀ ਵਿਮਲ ਕੁਮਾਰ ਜੀ, ਤੇ ਅਸੀਂ ਇੱਥੇ ਰੁਕੇ ਸੀਗੇ ਚਾਹ ਪੀਣ ਵਾਸਤੇ। ਚਾਹ ਪੀਣ ਤੋਂ ਅਸੀਂ ਇਹਨਾਂ ਨੂੰ ਕਿਹਾ ਪੈਸੇ ਕਿੰਨੇ ਹੋ ਗਏ ਭਾਈ ਸਾਹਿਬ? ਕਹਿੰਦੇ ਨਹੀਂ, ਤੁਹਾਡੇ ਤੋਂ ਪੈਸੇ ਨਹੀਂ ਲੈਣੇ, ਤੁਸੀਂ ਬਹੁਤ ਵੱਡਾ ਕੰਮ ਕਰ ਰਹੇ ਹੋ, ਕਿਉਂਕਿ ਤੁਸੀਂ ਸਾਡੇ ਲਈ ਕੰਮ ਕਰ ਰਹੇ ਹੋ ਨੇਪਾਲ 'ਚ ਆ ਕੇ। ਉਹਦੇ ਲਈ ਕਹਿੰਦਾ ਤੁਹਾਡਾ ਬਹੁਤ ਧੰਨਵਾਦ, ਬਿਲਕੁਲ ਪੈਸੇ ਨਹੀਂ ਲੈਣਗੇ। ਸ਼ੁਕਰੀਆ ਹਜ਼ੂਰ, ਥੈਂਕ ਯੂ ਸਰ, ਥੈਂਕ ਯੂ ਸੋ ਮਚ। ਤੁਹਾਨੂੰ ਹੋਰ ਤਰੱਕੀਆਂ ਬਖਸ਼ੇ, ਆਪਕੀ ਦੁਕਾਨ ਔਰ ਬੜੇ, ਠੀਕ ਹੈ, ਥੈਂਕ ਯੂ ਸਰ। ਧੂੜ ਫੱਕਦੇ ਹੋਏ, ਟੋਇਆ ਟਿੱਬਿਆਂ 'ਚੋਂ ਲੰਘਦੇ ਹੋਏ ਅਸੀਂ ਪਹੁੰਚ ਗਏ ਹਾਂ ਤਕਰੀਬਨ 42 ਤੋਂ 45 ਕਿਲੋਮੀਟਰ ਦੂਰ। ਇੱਥੇ ਅਸੀਂ ਚਾਹ ਪੀਤੀ ਸੀਗੀ। ਪਹਿਲਾਂ ਅਸੀਂ ਉਸ ਢਾਬੇ 'ਤੇ ਬੈਠੇ ਜਿੱਥੇ ਉਹਨਾਂ ਨੇ ਚਾਹ ਪਿਆਈ। ਚਾਹ ਪਤਾ ਨਹੀਂ ਫਟੇ ਹੋਏ ਦੁੱਧ ਸੀ ਕੀ ਸੀ, ਉਹ ਅਸੀਂ ਨਹੀਂ ਪੀਤੀ। ਬਿਸਕੁਟ ਦਿੱਤੇ, ਉਹ ਵੀ ਵਧੀਆ ਨਹੀਂ ਸੀਗੇ। ਚਲੋ ਉਸ ਤੋਂ ਬਾਅਦ ਫਿਰ ਇੱਧਰਲੇ ਪਾਸੇ ਗਏ, ਇੱਧਰ ਉਹਨਾਂ ਨੇ ਚਾਹ ਵੀ ਪਿਆਈ, ਚਾਹ ਦੇ ਪੈਸੇ ਵੀ ਨਹੀਂ ਲਏ, ਤੇ ਕਹਿੰਦੇ 2 ਬੋਤਲਾਂ ਪਾਣੀ ਦੀਆਂ ਵੀ ਚੱਕੋ। ਦੇਖੋ ਇੱਕੋ ਜਗ੍ਹਾ ਤੇ 2 ਰੰਗ ਬਿਰੰਗੇ ਬੰਦੇ, ਦੁਨੀਆ ਬਸ ਇੱਦਾਂ ਹੀ ਆ, ਚੰਗੇ ਮਾੜੇ ਸਭ ਹੈਗੇ ਇੱਥੇ। ਇੱਧਰੋਂ ਅਸੀਂ ਆਏ ਤੇ ਆ ਕੇ ਇਹ ਹੈਗਾ ਜਗ੍ਹਾ ਨਾ ਲਾਹਨ, ਲਾਹਨ ਹੋਟਲ ਗੋਗੁਲੀ, ਠੀਕ ਹੈ। ਇੱਥੇ ਸਾਨੂੰ ਰੂਮ ਮਿਲ ਗਿਆ ਤੇ ਇਹਨਾਂ ਨੇ 1000 ਰੁਪਇਆ ਨੇਪਾਲੀ ਦੱਸਿਆ। ਤੇ ਆ ਅਸੀਂ ਆਪਣਾ ਰਕਟ ਇੱਥੇ ਲਗਾਤਾ
ਕਹਿੰਦੇ ਇੱਥੇ ਗੇਟ ਬੰਦ ਹੋ ਜਾਂਦਾ, ਸੇਫ ਆ ਤੁਹਾਡਾ ਸਾਈਕਲ। ਤੇ ਪਿੱਛੇ ਗਮਲੇ ਦੇ ਨਾਲ ਇਹਨੂੰ ਲੋਕ ਲਾਤਾ ਗ੍ਰਿਲ ਦੇ ਨਾਲ। ਤੇ ਅੱਜ ਦੀ ਰਾਤ ਇਹ ਇੱਥੇ ਖੜੂਗਾ। ਹੁਣ ਚੱਲਦੇ ਆ ਅੰਦਰ। किधर है रूम? ऊपर? ठीक है। आपका नाम? मेरा सुभाष श्रेष्ठ। सुभाष श्रेष्ठ। सुभाष श्रेष्ठ। श्रेष्ठ, हाँ ये सुभाष श्रेष्ठ है बिल्कुल। तो इन्होंने हमें कुछ डिस्काउंट भी दिया है जो अच्छा लगा। तो आज रात इस होटल में रुकेंगे। ठीक है। कितना नंबर रूम है? आपका सेकंड फ्लोर। सेकंड फ्लोर। ओके सर, थैंक यू। 12 ਤਰੀਕ ਆ ਤੇ 8 ਵੱਜ ਗਏ ਨੇ ਤਕਰੀਬਨ। ਸੌਣ ਦੀਆਂ ਤਿਆਰੀਆਂ ਕਰ ਰਿਹਾ। ਇਹਦਾ ਰੂਟ ਬੜਾ ਲੰਬਾ ਸੀ ਤੇ ਥਕਾਉਣ ਵਾਲਾ ਸੀਗਾ। ਤੇ ਇੱਕ ਕੰਮ ਦੀ ਗੱਲ ਸ਼ੇਅਰ ਕਰਨੀ ਸੀਗੀ, ਜਿਹੜੀ ਕਿ ਜਦੋਂ ਵੀ ਅਸੀਂ ਕਿਤੇ ਰੋਡ ਤੇ ਜਾਂਦੇ ਆ, ਉਸ ਤੋਂ ਅਸੀਂ ਹੋਟਲ ਦੇ ਅੰਦਰ ਐਂਟਰ ਹੁੰਦੇ ਆ। ਉਸ ਤੋਂ ਹੋਟਲ ਜਦੋਂ ਬਾਹਰ ਮਾਰਨਿੰਗ ਨਿਕਲਦੇ ਆ, ਕਈ ਵਾਰੀ ਭੁਲੇਖੇ ਨਾਲ ਉਸੇ ਦਿਸ਼ਾ ਵੱਲ ਤੁਰਨਾ ਸ਼ੁਰੂ ਕਰਦੇ ਆ। ਬਾਹਰ ਜਾਂਦਾ ਨਹੀਂ ਇੱਧਰ ਨਹੀਂ, ਇੱਧਰ ਸੀ ਇਹ। ਤਾਂ ਇਹਦਾ ਕੀ ਆ ਕਿ ਇੱਥੇ ਚਲੋ ਨੈਵੀਗੇਸ਼ਨ ਵਗੈਰਾ ਸਾਰਾ ਹੈਗਾ। ਕਈ ਪਹਾੜੀ ਇਲਾਕੇ ਦੇ ਵਿੱਚ ਜਾਂ ਜੰਗਲਾਂ ਜੁੰਗਲਾਂ 'ਚ ਕਿਹੜੀ ਟ੍ਰਿਕ ਅਪਣਾਉਂਦੇ ਨੇ ਉਹ ਕੀ ਕਰਦੇ ਨੇ ਕਿ ਜਿਹੜੇ ਰਸਤੇ 'ਚੋਂ ਆਏ, ਰੂਮ 'ਚ ਵੜਨ ਤੋਂ ਪਹਿਲਾਂ ਉੱਥੇ ਇੱਕ ਐਰੋ ਲਗਾ ਕੇ ਜਾਂਦੇ ਆ, ਜਿਹੜੀ ਉਹਨਾਂ ਨੂੰ ਪਤਾ ਵੀ ਕਿੱਥੇ ਮੈਂ ਐਰੋ ਲਾਇਆ। ਇੱਕ ਡਾਇਰੈਕਸ਼ਨ ਬਣਾਉਂਦੇ ਨੇ। ਜਦੋਂ ਸਵੇਰੇ ਉੱਥੋਂ ਨਿਕਲਦੇ ਆ, ਟੈਂਟ 'ਚੋਂ ਨਿਕਲਦੇ ਨੇ, ਤਾਂ ਉਹ ਐਰੋ ਨੂੰ ਫੋਲੋ ਕਰਕੇ ਉੱਧਰ ਨੂੰ ਚਲੇ ਜਾਂਦੇ ਆ। ਅਤੇ ਇਹ ਚੀਜ਼ ਮੈਨੂੰ ਲੱਗਿਆ ਵੀ ਇਹ ਕਿਤੇ ਨਾ ਕਿਤੇ ਕਿਸੇ ਦੇ ਕੰਮ ਆ ਸਕਦੀ ਹੈ ਚੀਜ਼, ਕਿਉਂਕਿ ਰਾਤ ਨੂੰ ਹਨੇਰੇ ਹੋਏ ਰੂਮ 'ਚ ਵੜਦੇ ਆ, ਕਈ ਵਾਰੀ ਲੇਟ ਵੀ ਹੋ ਜਾਂਦੇ ਆ, ਤਾਂ ਉਦੋਂ ਪਤਾ ਨਹੀਂ ਹੁੰਦਾ ਕਿਹੜੀ ਬਾਹਰ ਕੀ ਕੁਛ ਹੈਗਾ, ਹੈ ਨਾ। ਅਤੇ ਸਵੇਰੇ ਨਿਕਲਦੇ ਆ, ਸਵੇਰੇ ਸਾਰਾ ਚਾਨਣ ਦੇ ਵਿੱਚ ਸਾਰਾ ਕੁਝ ਦਿਖ ਰਿਹਾ ਹੁੰਦਾ, ਅਤੇ ਉਹ ਹੋ ਜਾਂਦਾ ਮਤਲਬ ਕਿ ਇੱਕ ਵਾਰੀ ਭੁਲੇਖਾ ਪਿਆ ਸੀਗਾ। ਖੈਰ ਗਏ ਤਾਂ ਨਹੀਂ ਯਾਦ ਉਹ, ਮਤਲਬ ਇੱਕ ਵਾਰੀ ਸਾਈਕਲ ਦਾ ਮੂੰਹ ਉੱਧਰ ਜ਼ਰੂਰ ਕਰ ਲਿਆ ਸੀਗਾ। ਬਾਹਰ ਪਤਾ ਲੱਗਿਆ ਇੱਧਰੋਂ ਤਾਂ ਰਾਤ ਨੂੰ ਆਏ ਸੀ ਆਪਾਂ, ਦੂਜੇ ਪਾਸੇ ਜਾਣਾ। ਹਾਂ, ਇਹ ਚੀਜ਼ ਇੱਕ ਹੋ ਸਕਦੀ ਆ। ਸਾਨੂੰ ਕੋਈ 17-18 ਕੁ ਦਿਨ ਹੋ ਗਏ ਨੇ ਨੇਪਾਲ ਦੇ ਵਿੱਚ ਘੁੰਮਦਿਆਂ ਨੂੰ। ਜੋ ਅਸੀਂ ਮਹਿੰਦਰ ਨਗਰ 'ਚੋਂ ਐਂਟਰ ਕੀਤੇ, ਅਤੇ ਹੁਣ ਤਕਰੀਬਨ ਅਸੀਂ 2 ਜਾਂ 3 ਦਿਨਾਂ ਵਿੱਚ ਨੇਪਾਲ ਤੋਂ ਬਾਹਰ ਹੋਵਾਂਗੇ, ਬਾਰਡਰ 'ਤੇ ਪਹੁੰਚ ਜਾਂਗੇ। ਅਤੇ ਪੂਰਾ ਤਾਂ ਨਹੀਂ ਨੇਪਾਲ ਦੀ ਸਾਨੂੰ ਉਹ ਭਾਸ਼ਾ ਸਮਝ ਲੱਗੀ, ਪਰ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਬਹੁਤ ਚੰਗੀਆਂ ਲੱਗੀਆਂ, ਲਫ਼ਜ਼ ਜਿਹੜੇ ਵਧੀਆ ਲੱਗੇ। ਮੈਂ ਤੁਹਾਨੂੰ ਇੱਕ ਦੱਸਿਆ ਪਹਿਲਾਂ, ਹਜ਼ੂਰ, ਹਰ ਚੀਜ਼ ਨੂੰ ਹਜ਼ੂਰ, ਮਤਲਬ ਕਿ ਅਗਰ ਮਾਂ ਆਪਣੇ ਛੋਟੇ ਬੱਚੇ ਨੂੰ ਬੁਲਾਉਂਦੀ ਆ, ਹੈ ਨਾ, ਉਹ ਕਿੱਥੇ ਆ ਤੂੰ ਫਲਾਨਾ ਸਿੰਘ ਜਾਂ ਜੋ ਵੀ ਹੈਗਾ ਉਹਦਾ ਨਿਕਨੇਮ, ਉਹ ਮੰਮੀ ਨੂੰ ਆਏ ਨਹੀਂ ਕਹਿੰਦਾ ਹਾਂ ਹਾਂਜੀ ਮੰਮਾ, ਕੁਛ ਨਹੀਂ, ਹਜ਼ੂਰ। ਮਤਲਬ ਇਹ ਹਰ ਜਗ੍ਹਾ ਫਿੱਟ ਹੋ ਰਿਹਾ ਨਾਮ, ਮੈਨੂੰ ਬੜਾ ਪਸੰਦ ਆਇਆ। ਇੱਕ ਹੁੰਦਾ ਕਿ ਜਿਹੜੇ ਸਾਡੇ ਤੋਂ ਵੱਡੇ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਕੋਈ ਮਤਲਬ ਆਪਣੇ ਤੋਂ ਵੱਡੇ, ਕੋਈ ਵੀ ਹੈ ਉਸ ਤੋਂ ਵੱਡਾ, ਉਹਨੂੰ ਦਾਈ ਕਹਿੰਦੇ ਨੇ। ਦਾਈ ਉਹ ਕਹਾਂ ਹੈ, ਦਾਈ ਆਪ ਕੈਸੇ ਹੋ, ਦਾਈ। ਇਹ ਵੀ ਬਹੁਤ ਵਧੀਆ ਨਾਮ ਆ ਸਾਰਿਆਂ ਲਈ, ਹੈ ਨਾ। ਮਤਲਬ ਨੇਪਾਲ ਦੀ ਗੱਲ ਕਰ ਰਿਹਾ, ਆਪਣੀ ਪੰਜਾਬੀ 'ਚ ਵੀ ਬਹੁਤ ਲਫ਼ਜ਼ ਨੇ ਮਿੱਠੇ ਨੇ, ਜੋ ਕੋਈ ਸੁਣੇ ਤਾਂ ਉਹ ਲੱਗੂ ਵਧੀਆ। ਪਰ ਮੈਨੂੰ ਜੋ ਚੰਗਾ ਲੱਗਿਆ ਦਿਲ ਦੀ ਗੱਲ, ਮੈਂ ਉਹ ਤੁਹਾਡੇ ਨਾਲ ਦੱਸ ਰਿਹਾ। ਇੱਕ ਹੋਰ ਹੈਗਾ ਲਫ਼ਜ਼ ਜਿਹੜਾ ਕਿ ਬਹੁਤ ਜ਼ਿਆਦਾ ਵਰਤਦੇ ਨੇ ਉਹ, ਅਤੇ ਮੰਨ ਲਓ ਮੈਂ ਤੁਹਾਨੂੰ ਪੁੱਛਾਂ, ਠੀਕ ਹੈ, ਮੰਨ ਲਓ ਕਹਾਂ ਤੂੰ ਜਾਇਆ ਸੀਗਾ ਉੱਥੇ? ਹਾਂ, ਮਤਲਬ ਤੈਨੂੰ ਜੇ ਪੁੱਛਾਂ ਮੈਂ ਤੈਨੂੰ ਪੁੱਛਦਾ, ਚੱਲ ਤੂੰ ਜਾਇਆ ਸੀ ਉੱਥੇ? ਹੁਣ ਤੂੰ ਕਹੇਂਗਾ ਵੀ ਹਾਂ ਜਾਇਆ ਸੀ, ਤਾਂ ਉਹਦੇ ਬਦਲੇ 'ਚ ਕੀ ਕਹਿੰਦੇ ਨੇ? ਇੱਦਾਂ। ਮੈਂ ਦੁਬਾਰਾ ਪੁੱਛਦਾ, ਠੀਕ ਹੈ, ਕਰਨ ਤੂੰ ਜਾਇਆ ਸੀ? ਤੂੰ ਕਹੇਂਗਾ ਹਾਂ, ਕਹੂੰਗਾ ਮਤਲਬ ਹਰ ਚੀਜ਼ ਦੇ ਵਿੱਚ ਇਹ ਲਫ਼ਜ਼ ਵਰਤਦੇ ਨੇ ਵੀ ਮੈਂ ਸਮਝ ਗਿਆ, ਜਿਹਨੂੰ ਕਹਿੰਦੇ ਵੀ ਅੱਛਾ, ਉਹ ਅੱਛਾ ਵਾਲੀ ਲਫ਼ਜ਼ ਦੇ ਇਹ ਹੈ ਨਾ। ਜਿਵੇਂ ਕੱਲ੍ਹ ਦੀ ਖਬਰ ਤੁਸੀਂ ਪੜ੍ਹੀ ਸੀਗੀ, ਉੱਥੇ ਉਹਦਾ ਨਾਂ ਲਿਖਿਆ ਸੀ, ਬੜਾ ਮਤਲਬ ਵਧੀਆ ਲੱਗਦਾ ਹੈ ਨਾਲ। ਅਤੇ ਇਹ ਵੀ ਮਤਲਬ ਕਿ ਮੈਨੂੰ ਚੰਗਾ ਲੱਗਿਆ। ਮੈਂ ਚਲੋ ਯਾਰ ਤੁਹਾਡੇ ਨਾਲ ਦੱਸਾਂ, ਤੁਹਾਨੂੰ ਇਹ ਲਫ਼ਜ਼ ਵੀ ਦੱਸਾਂ। 3 ਲਫ਼ਜ਼ ਨੇੜੇ ਕਿ ਬਹੁਤ ਵਧੀਆ ਲੱਗੇ ਮੈਨੂੰ, ਇਹ ਆਪਾਂ ਵਰਤ ਸਕਦੇ ਹਾਂ। ਨਹੀਂ ਤਾਂ ਉਹ ਕਹਿੰਦਾ ਵੀ ਹਾਂ ਕਿੱਦਾਂ, ਅੱਛਾ, ਉਹ ਅੱਛਾ ਉੱਚਾ ਨੂੰ ਵੀ ਮੈਂ ਸਮਝ ਗਿਆ, ਓਕੇ। ਅਤੇ ਹੁਣ ਆਪਾਂ ਚੱਲੀਏ, ਮੈਨੂੰ ਲੱਗਦਾ ਨਹੀਂ ਹੁਣ ਕੋਈ ਗੱਲ ਕਰਨ ਦੀ ਲੋੜ ਹੈਗੀ ਆ, ਕਿਉਂਕਿ ਮੈਨੂੰ ਨੀਂਦ ਆ ਰਹੀ ਆ। ਸੋ ਜਾਂਦੇ ਆਪਾਂ, ਕੱਲ੍ਹ ਨੂੰ ਸਵੇਰੇ ਮਿਲਾਂਗੇ। ਜੇ ਤਾਂ ਕੋਈ ਗੱਲਬਾਤ ਚੇਤੇ ਆ ਗਈ ਤਾਂ ਦੁਬਾਰਾ ਕੈਮਰਾ ਖੋਲ੍ਹ ਲਾਂਗੇ, ਤੁਹਾਡੇ ਨਾਲ ਗੱਲ ਕਰ ਲੂੰਗਾ, ਨਹੀਂ ਤਾਂ ਅਦਰ ਮੈਂ ਸੌਣ ਲੱਗਿਆ। ਓਕੇ, ਗੁੱਡ ਨਾਈਟ।
ਸਤਿ ਸ਼੍ਰੀ ਅਕਾਲ ਜੀ, ਮੈਂ ਨਵੀਂ ਲੋਟੇ ਚੱਕ ਦੇ ਟੂਲਸ ਐਂਡ ਰਿਪੇਅਰ ਖੰਨਾ ਤੋਂ ਅੱਜ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ, ਆਰਗਨ ਡੋਨੇਸ਼ਨ ਬਾਰੇ। ਜੀ ਹਾਂ, ਜਿਵੇਂ ਕਹਿੰਦੇ ਨੇ ਕਿ ਜਿਉਂਦੇ ਜੀ ਰਕਤਦਾਨ ਤੇ ਮਰਨ ਤੋਂ ਬਾਅਦ ਅੰਗਦਾਨ, ਆਪਾਂ ਸਭ ਨੂੰ ਆਪਣੇ ਆਰਗਨ ਡੋਨੇਟ ਕਰਨੇ ਚਾਹੀਦੇ ਆ ਜੀ। ਮੈਂ ਵੀ 2017 ਦੇ ਵਿੱਚ ਫਾਰਮ ਫਿਲ ਕੀਤਾ ਸੀ ਔਰ ਬੜਾ ਈਜ਼ੀਲੀ ਕਾਰਡ ਬਣ ਕੇ ਆ ਗਿਆ ਸੀ। ਗੈਸ ਮਰਨਾ ਇੱਕ ਦਿਨ ਸਭ ਨੇ ਹੈ, ਕਿਉਂ ਨਾ ਮਰਨ ਤੋਂ ਬਾਅਦ ਵੀ ਆਪਾਂ ਕਿਸੇ ਦੀ ਬੋਡੀ ਦੇ ਵਿੱਚ ਜ਼ਿੰਦਾ ਰਹੀਏ। ਦੇਖੋ, ਜਦੋਂ ਬੰਦਾ ਹਸਪੀਟਲ ਦੇ ਵਿੱਚ ਵੈਂਟੀਲੇਟਰ ਤੇ ਹੁੰਦਾ, ਰਿਕਵਰੀ ਦੇ ਕੋਈ ਚਾਂਸ ਨਹੀਂ ਹੁੰਦੇ, ਬ੍ਰੇਨ ਡੈਡ ਹੋ ਚੁੱਕਿਆ ਹੁੰਦਾ, ਪਰ ਉਸ ਵਕਤ ਉਹਦੇ ਆਰਗਨ ਨੇ ਜਿਹੜੇ ਉਹ ਕੰਮ ਕਰ ਰਹੇ ਹੁੰਦੇ ਨੇ, ਈਵਨ ਕਿ ਹਾਰਟ ਵੀ ਕੰਮ ਕਰ ਰਿਹਾ ਹੁੰਦਾ, ਉਦੋਂ ਹੁੰਦੀ ਆ ਆਰਗਨ ਡੋਨੇਟ। ਗਾਇਜ਼, ਯਕੀਨ ਕਰਨਾ, ਇੱਕ ਇਨਸਾਨ ਜਾਂਦਾ 8 ਇਨਸਾਨਾਂ ਨੂੰ ਨਵੀਂ ਜ਼ਿੰਦਗੀ ਦੇ ਸਕਦਾ। ਸੋ ਕਈ ਲੋਕ ਇਹ ਕਰ ਵੀ ਰਹੇ ਨੇ, ਪਰ ਬਹੁਤੇ ਲੋਕਾਂ ਦੇ ਵਿੱਚ ਇਹ ਗੱਲ ਨੂੰ ਲੈ ਕੇ ਅਵੇਅਰਨੈਸ ਹੈ ਹੀ ਨਹੀਂ। ਸੋ ਇਹੀ ਮਿਸ਼ਨ ਨੂੰ ਲੈ ਕੇ ਵਰਲਡ ਟੂਰ ਤੇ ਸਾਈਕਲ ਉੱਤੇ ਨਿਕਲੇ ਨੇ ਆਪਣੇ ਦੋ ਵੀਰ, ਲੁਧਿਆਣੇ ਤੋਂ ਜਤਿੰਦਰ ਸਿੰਘ ਐਂਡ ਜਤਿੰਦਰ ਸਿੰਘ। ਹਾਂਜੀ, ਦੋਹਾਂ ਦਾ ਨਾਮ ਜਤਿੰਦਰ ਸਿੰਘ ਜੀ ਹੈ। ਜਿਹੜਾ ਇਹਨਾਂ ਦਾ ਪਹਿਲਾ ਪਾਰਟ ਹੈ ਲੁਧਿਆਣੇ ਤੋਂ ਮਣੀਪੁਰ ਤੱਕ ਦਾ ਹੈ। ਡਿਟੇਲ ਜਾਣਨ ਵਾਸਤੇ ਤੁਸੀਂ ਇਹਨਾਂ ਨੂੰ ਇੰਸਟਾਗ੍ਰਾਮ ਔਰ YouTube ਤੇ ਫੋਲੋ ਕਰ ਸਕਦੇ ਹੋ। ਗੈਸ ਸਪੋਰਟ ਕਰਿਆ ਕਰੋ, ਚੰਗੀ ਚੀਜ਼ਾਂ ਨੂੰ ਹਮੇਸ਼ਾ ਸਪੋਰਟ ਕਰਨੀ ਚਾਹੀਦੀ ਜੀ। ਥੈਂਕ ਯੂ।